ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 35 ਹੈ। ਅੱਜ ਅਸੀਂ ਟ੍ਰਿਪਲ ਇੰਟੀਗਰਲ ਦੇ ਨਾਲ ਦੁਬਾਰਾ ਕੰਟੀਨਿਊ ਕਰਾਂਗੇ ਅਤੇ ਟ੍ਰਿਪਲ ਇੰਟੀਗਰਲ ਦੇ ਮਾਮਲੇ ਵਿੱਚ ਵੇਰੀਏਬਲ ਦੇ ਬਦਲਾਅ ਨੂੰ ਦੇਖਾਂਗੇ। ਇਸ ਲਈ ਸਭ ਤੋਂ ਪਹਿਲਾਂ ਤੁਸੀਂ ਉਸ ਉਦਾਹਰਨ ਤੇ ਜਾਓਗੇ ਜਿੱਥੇ ਅਸੀਂ ਕਾਰਟੀਜ਼ੀਅਨ ਤੋਂ ਗੋਲਾਕਾਰ ਪੋਲਰ ਕੋਆਰਡੀਨੇਟ ਵਿੱਚ ਬਦਲਦੇ ਹਾਂ। ਇਸ ਲਈ ਸਭ ਤੋਂ ਮਹੱਤਵਪੂਰਨ ਕੋਆਰਡੀਨੇਟ ਦੀ ਤਬਦੀਲੀ ਹੈ। ਇਸ ਲਈ ਸਾਡੇ ਕੋਲ ਇੱਥੇ ਜੋ ਹੈ, ਪਹਿਲਾਂ ਅਸੀਂ ਇਹਨਾਂ ਕਾਰਟੇਸੀਅਨ ਕੋਆਰਡੀਨੇਟ ਨੂੰ ਲੈਂਦੇ ਹਾਂ ਅਤੇ ਮੰਨ ਲਓ ਸਾਡੇ ਕੋਲ ਇਹ ਪੁਆਇੰਟ xyz ਹੈ, ਅਤੇ ਜਦੋਂ ਅਸੀਂ ਕਾਰਟੀਜ਼ੀਅਨ ਕੋਆਰਡੀਨੇਟ ਬਾਰੇ ਗੱਲ ਕਰ ਰਹੇ ਹਾਂ, xy ਪਲੇਨ ਤੋਂ ਡਿਸਟੈਂਸ ਇਹ ਹੈ। ਇਸ ਲਈ ਜੇ ਅਸੀਂ ਇੱਥੋਂ xy ਪਲੇਨ ਤੇ ਇਹ ਪਰਪੈਂਡੀਕਿਊਲਰ ਖਿੱਚਦੇ ਹਾਂ, ਫਿਰ ਇਹ ਡਿਸਟੈਂਸ ਹੈ ਇਸ xy 0 ਪੁਆਇੰਟ ਤੋਂ ਇਸ xy z ਪੁਆਇੰਟ ਤੱਕ। z ਕੋਆਰਡੀਨੇਟ ਹੈ ਅਤੇ ਇਸ y ਧੁਰੇ ਦੇ ਨਾਲ x ਧੁਰੇ ਤੋਂ ਇਸ ਪੁਆਇੰਟ ਦੀ ਡਿਸਟੈਂਸ ਹੈ, ਜੋ ਕਿ ਇਸ xyz ਪੁਆਇੰਟ ਤੋਂ xy ਪੁਆਇੰਟ ਤੱਕ ਪਰਪੈਂਡੀਕਿਊਲਰ cy ਦੁਆਰਾ ਦਿੱਤਾ ਗਿਆ ਹੈ, ਅਤੇ ਫਿਰ ਇਹ x ਕੋਆਰਡੀਨੇਟ ਜੋ ਕਿ ਮੂਲ ਤੋਂ ਡਿਸਟੈਂਸ ਹੈ। ਇਸ ਲਈ ਇੱਥੇ ਸਾਡੇ ਕੋਲ ਇਹ ਪੁਆਇੰਟ origin ਹੈ। ਇਸ ਲਈ origin ਤੋਂ ਇਸ ਪੁਆਇੰਟ ਤੱਕ ਜੋ ਕਿ x ਦੁਆਰਾ ਦਿੱਤੀ ਗਈ ਡਿਸਟੈਂਸ ਹੈ। ਇਸ ਲਈ ਇਹ ਇੱਥੇ x ਹੈ ਅਤੇ ਫਿਰ ਇਸ y ਦਿਸ਼ਾ ਦੇ ਨਾਲ ਸਾਡੇ ਕੋਲ ਇਹ ਡਿਸਟੈਂਸ y ਹੈ, ਅਤੇ ਫਿਰ ਇਹ ਇਸ z ਧੁਰੇ ਦੇ ਨਾਲ ਪਰਪੈਂਡੀਕਿਊਲਰ ਡਿਸਟੈਂਸ ਹੈ। ਇਹ z ਹੈ। ਹੁਣ ਸਾਡਾ ਸਵਾਲ ਹੈ, ਜਦੋਂ ਅਸੀਂ ਗੋਲਾਕਾਰ ਪੋਲਰ ਕੋਆਰਡੀਨੇਟਸ ਵਿੱਚ ਬਦਲਦੇ ਹਾਂ, ਫਿਰ r ਥੀਟਾ ਅਤੇ ਫਾਈ ਕੀ ਹੋਵੇਗਾ? ਇਸ ਲਈ ਇੱਕ ਗੋਲਾਕਾਰ ਧਰੁਵੀ ਕੋਆਰਡੀਨੇਟਸ ਵਿੱਚ ਕੋਆਰਡੀਨੇਟਸ ਅਸੀਂ ਨੂੰ r ਥੀਟਾ ਅਤੇ ਫਾਈ ਦੁਆਰਾ ਡਿਨੋਟ ਕਰਦੇ ਹਾਂ। ਇਸ ਲਈ r origin ਤੋਂ ਇਸ ਪੁਆਇੰਟ ਦੀ ਸਹੀ ਡਿਸਟੈਂਸ ਹੈ। ਇਸ ਲਈ ਹੁਣ ਗੋਲਾਕਾਰ ਪੋਲਰ ਕੋਆਰਡੀਨੇਟ ਵਿੱਚ ਮੂਲ ਤੋਂ ਇਸ ਪੁਆਇੰਟ ਤੱਕ ਦੀ ਡਿਸਟੈਂਸ ਨੂੰ r ਦੁਆਰਾ ਦਰਸਾਇਆ ਜਾਵੇਗਾ, ਅਤੇ ਫਿਰ ਇਹ ਦੋ ਕੋਣ ਹਨ। ਇਹ ਦੋ ਕੋਣ ਹਨ ਥੀਟਾ ਅਤੇ ਫਾਈ। ਇਸ ਲਈ ਇੱਥੇ ਐਂਗਲ ਥੀਟਾ ਇਸ ਬਿੰਦੂ ਦਾ ਐਂਗਲ ਹੋਵੇਗਾ, ਜੋ ਇਸ xyz ਪੁਆਇੰਟ ਤੋਂ xy ਪਲੇਨ ਤੱਕ ਪਰਪੈਂਡੀਕਿਊਲਰ ਸੀ। ਇਹ x ਐਕਸਿਸ ਤੋਂ ਐਂਗਲ ਫਾਈ ਹੈ। ਇਸ ਲਈ ਇਹ ਇੱਥੇ x ਐਕਸਿਸ ਤੋਂ ਇਸ ਲਾਈਨ ਤੱਕ ਹੈ ਜੋ xy ਪਲੇਨ ਵਿੱਚ ਇਸ ਪੁਆਇੰਟ xy0 ਤੱਕ ਹੈ, ਜੋ ਕਿ ਐਂਗਲ ਫਾਈ ਹੈ। ਅਤੇ ਹੁਣ ਇਹ ਥੀਟਾ ਐਂਗਲ ਥੀਟਾ ਇਸ z ਐਕਸਿਸ ਨਾਲ ਐਂਗਲ ਹੈ, ਜੋ ਕਿ ਇਹ ਲਾਈਨ ਜੋ ਸਪੇਸ ਵਿੱਚ ਇਸ origin ਨੂੰ ਇਸ xyz ਪੁਆਇੰਟ ਨਾਲ ਜੋੜ ਰਹੀ ਹੈ ਕਿ ਐਂਗਲ ਨੂੰ ਥੀਟਾ ਦੁਆਰਾ ਦਰਸਾਇਆ ਗਿਆ ਹੈ। ਤਾਂ ਫਿਰ ਇਸ ਪੁਆਇੰਟ ਨੂੰ ਦਰਸਾਉਣ ਲਈ ਜੋ ਸਫੇਰਿਕਲ ਕੋਆਰਡੀਨੇਟ ਵਿੱਚ xyz ਸੀ, ਅਤੇ ਹੁਣ ਕਾਰਟੀਜ਼ੀਅਨ ਕੋਆਰਡੀਨੇਟ ਵਿੱਚ, ਅਤੇ ਹੁਣ ਸਫੇਰਿਕਲ ਕੋਆਰਡੀਨੇਟ ਵਿੱਚ ਇਸ ਨੂੰ r ਥੀਟਾ ਅਤੇ ਫਾਈ ਦੁਆਰਾ ਦਰਸਾਇਆ ਗਿਆ ਹੈ, ਅਤੇ ਹੁਣ r origin ਤੋਂ ਇਸ ਪੁਆਇੰਟ ਤੱਕ ਦਾ ਡਿਸਟੈਂਸ ਹੈ। ਥੀਟਾ z ਐਕਸਿਸ ਤੋਂ ਐਂਗਲ ਹੈ, ਅਤੇ ਹੁਣ ਇਹ ਫਾਈ x ਐਕਸਿਸ ਤੋਂ ਪੁਆਇੰਟ ਤੱਕ ਐਂਗਲ ਹੈ, ਜੋ xy ਪਲੇਨ ਤੱਕ ਇਸ ਦਿੱਤੇ ਹੋਏ ਪੁਆਇੰਟ ਤੋਂ ਪਰਪੈਂਡੀਕਿਊਲਰ ਸੀ। ਇਸ ਲਈ ਇਸ ਸਫੇਰਿਕਲ ਪੋਲਰ ਕੋਆਰਡੀਨੇਟਸ ਦੇ ਇਸ ਨੋਟੇਸ਼ਨ ਦੇ ਨਾਲ ਅਸੀਂ ਹੁਣ ਟ੍ਰਿਪਲ ਇੰਟੀਗਰਲ ਵਿੱਚ ਵੇਰੀਏਬਲ ਦੀ ਤਬਦੀਲੀ ਨੂੰ ਪੇਸ਼ ਕਰਾਂਗੇ। ਇਸ xyz ਅਤੇ ਇਸ r ਥੀਟਾ ਫਾਈ ਵਿਚਕਾਰ ਰਿਲੇਸ਼ਨ x ਦੁਆਰਾ ਦਿੱਤਾ ਗਿਆ ਹੈ, ਜੋ r sin ਥੀਟਾ cos ਫਾਈ ਦੇ ਇਕੁਅਲ ਬਰਾਬਰ ਹੈ, ਅਤੇ y ਬਰਾਬਰ ਹੈ r sin ਥੀਟਾ sin ਫਾਈ, ਅਤੇ z ਇਕੁਅਲ ਬਰਾਬਰ ਹੈ r cos ਥੀਟਾ ਦੇ। ਇਸ ਲਈ ਇਹ ਵਿਚਕਾਰ ਮਿਆਰੀ ਸੰਬੰਧ ਹੈ। ਸਫੇਰਿਕਲ ਪੋਲਰ ਕੋਆਰਡੀਨੇਟਸ ਅਤੇ ਕਾਰਟੀਜ਼ੀਅਨ ਕੋਆਰਡੀਨੇਟ। ਅਸੀਂ ਹੁਣ ਨੋਟ ਕਰਦੇ ਹਾਂ ਕਿ ਜੇਕਰ ਅਸੀਂ ਇਸ ਸਕੁਏਅਰ ਨੂੰ ਇੱਥੇ x ਸਕੁਏਅਰ ਅਤੇ y ਸਕੁਏਅਰ ਅਤੇ z ਸਕੁਏਅਰ ਲਈ ਬਣਾਉਂਦੇ ਹਾਂ, ਕਿਉਂਕਿ ਇਹ ਟਰਮ r ਸਕੁਏਅਰ sin ਸਕੁਏਅਰ ਥੀਟਾ ਹੋਵੇਗਾ, ਅਤੇ ਇਹ cos ਸਕੁਏਅਰ ਫਾਈ ਇੱਥੇ ਵੀ ਕਾਮਨ
ਵਿੱਚ r ਸਕੁਏਅਰ ਸਾਈਨ ਸਕੁਏਅਰ ਥੀਟਾ ਹੋਵੇਗਾ ਅਤੇ ਫਿਰ ਇੱਥੇ ਸਾਈਨ ਸਕੁਏਅਰ ਫਾਈ। ਇਸ ਲਈ ਦੁਬਾਰਾ ਜਦੋਂ ਅਸੀਂ ਸਾਰੇ ਜੋੜਦੇ ਹਾਂ, ਇਸ ਲਈ ਇਹ ਕੋਸ ਸਕੁਏਅਰ ਫਾਈ ਪਲਸ ਸਾਈਨ ਸਕੁਏਅਰ ਫਾਈ ਇਸ ਨੂੰ 1 ਬਣਾ ਦੇਵੇਗਾ ਅਤੇ ਫਿਰ ਸਾਡੇ ਕੋਲ ਇੱਥੇ r ਵੀ ਸਕੁਏਅਰ ਹੈ। ਇਹ ਕੋਸ ਸਕੁਏਅਰ ਥੀਟਾ ਅਤੇ ਉਥੋਂ r ਸਕੁਏਅਰ ਸਾਈਨ ਸਕੁਏਅਰ ਥੀਟਾ, ਤਾਂ ਫਿਰ ਇਹ ਸਾਈਨ ਸਕੁਏਅਰ ਥੀਟਾ ਪਲਸ ਕੋਸ ਸਕੁਏਅਰ ਥੀਟਾ 1 ਹੋਵੇਗਾ ਅਤੇ ਸਾਨੂੰ ਬਸ r ਸਕੁਏਅਰ ਮਿਲੇਗਾ। ਇਸ ਲਈ ਇਹ ਰਿਲੇਸ਼ਨ ਦੁਬਾਰਾ ਹੈ ਜਿਸ ਨੂੰ ਅਸੀਂ ਧਿਆਨ ਵਿੱਚ ਰੱਖਾਂਗੇ ਕਿ ਇਹ ਇੰਟੀਗ੍ਰੇਸ਼ਨ ਵਿੱਚ ਲਾਭਦਾਇਕ ਹੋਵੇਗਾ। ਇਸ ਲਈ ਜਦੋਂ ਵੀ ਅਸੀਂ ਅਜਿਹੇ ਸਿਸਟਮ ਨੂੰ ਦੇਖਦੇ ਹਾਂ x ਸਕੁਏਅਰ ਪਲਸ y ਸਕੁਏਅਰ ਅਤੇ ਪਲਸ z ਸਕੁਏਅਰ, ਅਤੇ ਅਸੀਂ ਕੋਆਰਡੀਨੇਟ ਸਿਸਟਮ ਨੂੰ ਬਦਲਣ ਜਾ ਰਹੇ ਹਾਂ, ਇਸ ਲਈ ਅਸੀਂ ਬਸ ਇਸ ਨੂੰ x ਸਕੁਏਅਰ ਪਲਸ y ਸਕੁਏਅਰ ਪਲਸ z ਸਕੁਏਅਰ ਬਰਾਬਰ r ਸਕੁਏਅਰ ਲਿਖਾਂਗੇ। ਇਸ ਲਈ ਹੁਣ ਕਾਰਟੀਜ਼ੀਅਨ ਕੋਆਰਡੀਨੇਟਸ ਤੋਂ ਸਫੇਰਿਕਲ ਪੋਲਰ ਕੋਆਰਡੀਨੇਟਸ ਵਿੱਚ ਪਰਿਵਰਤਨ ਲਈ ਇਸ ਜਾਣ ਪਛਾਣ ਦੇ ਨਾਲ ਅਸੀਂ ਟ੍ਰਿਪਲ ਇੰਟੀਗਰਲ ਦੇ ਬਾਰੇ ਗੱਲ ਕਰ ਸਕਦੇ ਹਾਂ। ਇਸ ਲਈ ਇੱਥੇ ਜੇਕਰ ਸਾਡੇ ਕੋਲ f x y z ਅਤੇ dx dy dz ਜਾਂ ਕੁਝ ਡੋਮੇਨ d ਦੇ ਰੂਪ ਵਿੱਚ ਇੱਕ ਟ੍ਰਿਪਲ ਇੰਟੀਗਰਲ ਦਿੱਤਾ ਗਿਆ ਹੈ ਅਤੇ ਅਸੀਂ ਸਫੇਰਿਕਲ ਕੋਆਰਡੀਨੇਟ ਵਿੱਚ ਉਸ ਨੂੰ ਬਦਲਣਾ ਚਾਹੁੰਦੇ ਹਾਂ, ਭਾਵ x r sin ਥੀਟਾ cos phi y ਹੋਵੇਗਾ r sin ਥੀਟਾ sin phi ਅਤੇ z r cos ਥੀਟਾ ਹੋਵੇਗਾ। ਇਸ ਲਈ ਹੁਣ ਵੇਰੀਏਬਲ ਦੇ ਇਸ ਬਦਲਾਅ ਦੇ ਨਾਲ ਵਿਚਾਰ ਇਹ ਹੈ ਕਿ ਇਹ ਉਹ ਸਧਾਰਨ ਵਿਚਾਰ ਹੈ ਜੋ ਅਸੀਂ ਪਿਛਲੇ ਲੈਕਚਰ ਵਿੱਚ ਵੀ ਸਮਝਾਇਆ ਹੈ ਕਿ ਸਾਨੂੰ ਸਬਸਟੀਟਿਊਟ ਚਾਹੀਦਾ ਹੈ। ਸਾਨੂੰ x ਨੂੰ r sin ਥੀਟਾ cos phi ਦੇ ਬਰਾਬਰ ਸਬਸਟੀਟਿਊਟ ਕਰਨ ਦੀ ਲੋੜ ਹੈ। ਇਸ ਲਈ ਇਹ ਇੱਥੇ ਹੈ r sin ਥੀਟਾ cos phi, ਫਿਰ y ਲਈ ਅਸੀਂ ਇੱਥੇ r sin ਥੀਟਾ ish sin phi ਅਤੇ z ਲਈ ਇਸ r cos ਥੀਟਾ ਨੂੰ ਬਦਲ ਦਿੱਤਾ ਹੈ ਜੋ ਕਿ ਰਿਲੇਸ਼ਨ ਸੀ ਉੱਥੇ z ਬਰਾਬਰ r cos ਥੀਟਾ ਹੈ। ਇਸ ਲਈ ਇਸ ਦੇ ਨਾਲ ਸਾਡੇ ਕੋਲ ਹੁਣ ਇਹ ਜੈਕੋਬੀਅਨ ਸ਼ਬਦ ਹੈ ਜੋ ਕਿ ਵਾਧੂ ਟਰਮ ਹੈ ਜੋ ਉਦੋਂ ਆਉਂਦਾ ਹੈ ਜਦੋਂ ਅਸੀਂ ਵੇਰੀਏਬਲ ਦੇ ਇਸ ਬਦਲਾਅ ਨੂੰ ਕਰਦੇ ਹਾਂ। ਇਸ ਲਈ ਉਸ ਜੈਕੋਬੀਅਨ ਦੀ ਸਾਨੂੰ ਕੰਪਿਊਟ ਕਰਨ ਦੀ ਲੋੜ ਹੈ ਅਤੇ ਫਿਰ ਸਾਡਾ dx dy dz dr d ਥੀਟਾ ਅਤੇ d phi ਬਣ ਜਾਵੇਗਾ। ਇਸ ਲਈ ਅਤੇ ਫਿਰ ਅਨੁਸਾਰੀ ਤੌਰ ਤੇ ਸੀਮਾਵਾਂ ਬਦਲ ਜਾਣਗੀਆਂ ਜਾਂ ਡੋਮੇਨ ਟਰਮਜ਼ ਵਿੱਚ ਹੁਣ r ਥੀਟਾ phi ਦੀ ਸਾਨੂੰ ਪ੍ਰਤੀਨਿਧਤਾ ਕਰਨੀ ਪਵੇਗੀ। ਇਸ ਲਈ ਇੱਥੇ ਇਹ ਜੈਕੋਬੀਅਨ ਕੀ ਹੈ ਜੋ ਦਿੱਤੀ ਗਈ ਪਰਿਭਾਸ਼ਾ ਹੈ, ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਪਹਿਲੀ ਰੋ ਡੇਲ x ਓਵਰ ਡੇਲ r ਡੇਲ x ਓਵਰ ਡੇਲ ਥੀਟਾ ਅਤੇ ਡੇਲ x ਓਵਰ ਡੇਲ phi ਹੋਵੇਗੀ। ਇਸ ਲਈ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਪਾਰਸ਼ਲ ਡੈਰੀਵੇਟਿਵ r ਥੀਟਾ ਅਤੇ phi ਹੈ। ਇਸੇ ਤਰ੍ਹਾਂ ਇਸ ਡਿਟਰਮੀਨੈਂਟ ਦਾ ਦੂਜਾ ਡਰਾ r ਥੀਟਾ phi ਦੇ ਸੰਬੰਧ ਵਿੱਚ y ਦਾ ਪਾਰਸ਼ਲ ਡੈਰੀਵੇਟਿਵ ਹੋਵੇਗਾ ਅਤੇ ਫਿਰ ਇੱਥੇ r ਥੀਟਾ ਅਤੇ phi ਦੇ ਸੰਬੰਧ ਵਿੱਚ ਉਸ ਹਿਸਾਬ ਨਾਲ z ਦਾ ਪਾਰਸ਼ਲ ਡੈਰੀਵੇਟਿਵ ਹੋਵੇਗਾ ਤਾਂ ਡੇਲ x ਓਵਰ ਡੇਲ x ਓਵਰ ਡੇਲ r ਜਦੋਂ ਅਸੀਂ ਇਸ ਪਾਰਸ਼ਲ ਡੈਰੀਵੇਟਿਵ ਨੂੰ ਕੰਪਿਊਟ ਕਰਾਂਗੇ ਤਾਂ ਸਾਡੇ ਕੋਲ sin ਥੀਟਾ cos phi ਅਤੇ ਡੇਲ x ਓਵਰ ਡੇਲ ਥੀਟਾ ਹੋਣਗੇ। ਇਸ ਲਈ ਥੀਟਾ r ਅਤੇ phi ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਕੋਨਸਟੈਂਟ ਮੰਨਿਆ ਜਾਵੇਗਾ। ਇਸ ਲਈ ਇਹ ਪਾਪ ਥੀਟਾ ਇਹ cos ਥੀਟਾ ਬਣ ਜਾਵੇਗਾ ਇੱਥੇ, ਜੋ ਕਿ ਸਿਰਫ ਤਬਦੀਲੀ ਹੈ। ਇਸ ਲਈ ਇਹ ਥੀਟਾ ਦੇ ਸੰਬੰਧ ਵਿੱਚ ਉਸ ਹਿਸਾਬ ਨਾਲ ਅਤੇ ਫਿਰ ਸਾਡੇ ਕੋਲ ਡੇਲ x ਓਵਰ ਡੇਲ phi ਹੈ। ਇਸ ਲਈ x r sin ਥੀਟਾ cos phi ਸੀ, ਇਸ ਲਈ ਇਹ cos phi sin phi ਬਣ ਜਾਵੇਗਾ ਅਤੇ ਇਸ ਮਾਈਨਸ ਸਾਈਨ ਨਾਲ ਕਿਉਂਕਿ cos phi ਮਾਈਨਸ sin phi ਦਾ ਇਹ ਡੈਰੀਵੇਟਿਵ ਹੈ। ਇਸੇ ਤਰ੍ਹਾਂ ਅਸੀਂ ਹੁਣ ਕਰ ਸਕਦੇ ਹਾਂ ਹੋਰ ਡੈਰੀਵੇਟਿਵਾਂ ਨੂੰ ਕੰਪਿਊਟ ਕਰ ਸਕਦੇ ਹਾਂ ਤਾਂ ਡੇਲ y ਓਵਰ ਡੇਲ r ਸਿਰਫ ਇਹ ਹੋਵੇਗਾ sin phi sin ਜੋ ਕਿ ਇੱਥੇ ਟਰਮ ਹੈ ਅਤੇ ਫਿਰ ਸਾਡੇ ਕੋਲ ਡੇਲ y ਓਵਰ ਡੇਲ ਥੀਟਾ ਹੈ ਤਾਂ ਇਹ ਬਾਕੀ cos ਥੀਟਾ ਨਾਲ ਹੋਵੇਗਾ r ਰਹੇਗਾ ਅਤੇ ਫਿਰ ਤੋਂ phi ਦੇ ਨਾਲ ਇਹ ਪਾਪ phi ਇਹ cos phi ਬਣ ਜਾਵੇਗਾ ਅਤੇ r sin ਥੀਟਾ ਜਿਉਂਦਾ ਤਿਉਂ ਰਹੇਗਾ। ਇਸੇ ਤਰ੍ਹਾਂ ਹੁਣ ਇਸ z ਦੇ ਸੰਬੰਧ ਵਿੱਚ r ਦੇ ਸੰਬੰਧ ਵਿੱਚ ਸਾਡੇ ਕੋਲ ਇੱਥੇ cos ਥੀਟਾ ਹੋਵੇਗਾ ਅਤੇ ਥੀਟਾ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਸਾਡੇ ਕੋਲ ਮਾਈਨਸ sin ਥੀਟਾ ਹੋਵੇਗਾ ਅਤੇ r ਇਸ ਤਰ੍ਹਾਂ ਹੀ ਰਹੇਗਾ ਅਤੇ ਫਿਰ ਸਾਡੇ ਕੋਲ ਇਸ z ਦੇ phi ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਹੈ। ਇਸ ਲਈ z ਵਿੱਚ phi ਨਹੀਂ ਹੈ, ਇਹ z ਬਰਾਬਰ ਹੈ r cos ਥੀਟਾ ਅਤੇ ਇਸ ਲਈ ਸਾਡੇ ਕੋਲ ਇੱਥੇ ਇਹ 0 ਹੈ ਕਿਉਂਕਿ ਇੱਥੇ z ਵਿੱਚ ਕੋਈ phi ਨਹੀਂ ਹੈ। ਇਸ ਲਈ ਡੇਲ z ਓਵਰ ਡੇਲ phi 0 ਹੋਵੇਗਾ। ਹੁਣ ਅਸੀਂ ਬਸ ਇਸ ਡਿਟਰਮੀਨੈਂਟ ਕੰਪਿਊਟ ਕਰ ਸਕਦੇ ਹਾਂ, ਅਸੀਂ ਵੈਲਿਊ ਨਿਰਧਾਰਤ ਕਰ ਸਕਦੇ ਹਾਂ ਜੋ ਇੱਥੇ r ਸਕੁਏਅਰ sin ਥੀਟਾ ਵਿੱਚ ਬਣੇਗਾ। ਇਸ ਲਈ ਹੁਣ ਅਸੀਂ ਯਾਦ ਰੱਖਾਂਗੇ ਕਿ ਇਹ ਜੈਕੋਬੀਅਨ ਟਰਮ ਜੋ ਕਿ ਵਿੱਚ ਵੇਰੀਏਬਲਾਂ ਦੇ ਇਸ ਬਦਲਾਅ ਦੇ ਕਾਰਨ ਆ ਰਿਹਾ ਹੈ, ਇਸ ਜੈਕੋਬੀਅਨ ਟਰਮ ਦੇ ਵੈਲਿਊ ਨੂੰ ਟ੍ਰਿਪਲ ਇੰਟੀਗਰਲ ਜੋੜਦਾ ਹੈ r ਸਕੁਏਅਰ sin ਥੀਟਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਇਸ ਲਈ ਹੁਣ ਕਾਰਟੀਜ਼ੀਅਨ ਕੋਆਰਡੀਨੇਟ ਤੋਂ ਸਿਲੰਡਰ ਕੋਆਰਡੀਨੇਟ ਇਸ ਲਈ ਕਾਰਟੀਜ਼ੀਅਨ ਕੋਆਰਡੀਨੇਟ ਵਿੱਚ ਇਸ ਪੁਆਇੰਟ x y z ਲਈ ਦੁਬਾਰਾ ਰਿਪਰੈਜ਼ੈਂਟੇਸ਼ਨ ਅਤੇ ਇਸ ਨੂੰ ਹੁਣ ਇਸ ਸਿਲੰਡਰਰ ਕੋਆਰਡੀਨੇਟ ਵਿੱਚ r phi ਅਤੇ z ਦੁਆਰਾ ਦਰਸਾਇਆ ਜਾਵੇਗਾ ਇਸ ਲਈ ਦੁਬਾਰਾ r phi ਅਤੇ z ਦੇ ਨਾਲ ਇਹ ਟ੍ਰਿਪਲਟ ਇਸ ਲਈ z ਬਿਲਕੁਲ ਉਹੀ ਹੈ ਜੋ ਵਿੱਚ ਸੀ ਅਤੇ ਕਾਰਟੀਜ਼ੀਅਨ ਕੋਆਰਡੀਨੇਟ ਇਸ ਲਈ ਇਸ ਪੁਆਇੰਟ ਤੋਂ ਇਸ ਪਰਪੈਂਡੀਕਿਊਲਰ ਤੱਕ ਦੀ ਦੂਰੀ xy ਪਲੇਨ ਵੱਲ ਖਿੱਚੀ ਗਈ ਤਾਂ ਜੋ ਡਿਸਟੈਂਸ ਇੱਥੇ ਇਸ ਪੁਆਇੰਟ ਦਾ ਤੀਜਾ ਮੈਂਬਰ ਕਾਰਟੀਜ਼ੀਅਨ ਕੋਆਰਡੀਨੇਟ ਵਿੱਚ ਇਸ z ਦੇ ਸਮਾਨ ਹੈ ਅਤੇ ਹੁਣ ਇਹ phi ਜੋ ਸਾਡੇ ਕੋਲ ਪਹਿਲਾਂ ਸਫੇਰਿਕਲ ਕੋਆਰਡੀਨੇਟ ਸੀ ਇਹ ਉਸ ਦੇ ਸਿਮਿਲਰ ਹੈ ਜੋ ਕਿ ਐਂਗਲ ਹੈ ਇਹ ਉਹ ਹੈ ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ phi ਜੋ ਕਿ ਹੈ ਇਸ x ਐਕਸਿਸ ਤੋਂ ਇਸ ਲਾਈਨ ਤੱਕ ਜੋ ਇਸ origin ਨੂੰ ਇਸ xy ਨਾਲ ਜੋੜਦੀ ਹੈ। ਇਹ xy ਪਲੇਨ ਤੇ 0 ਪੁਆਇੰਟ ਹੈ ਅਤੇ ਹੁਣ ਇਹ r ਦੁਬਾਰਾ ਡਿਸਟੈਂਸ ਹੈ ਇੱਥੇ ਤੋਂ ਇਸ ਪੁਆਇੰਟ ਤੱਕ। ਹੁਣ ਇਹ ਸਫੇਰਿਕਲ ਕੋਆਰਡੀਨੇਟ ਵਿੱਚ ਇੱਕ ਅੰਤਰ ਹੈ ਸਾਡੇ ਕੋਲ ਇਹ r ਇਸ ਪੁਆਇੰਟ ਤੋਂ ਦਿੱਤੇ ਪੁਆਇੰਟ ਤੱਕ ਹੈ ਪਰ ਹੁਣ ਇਹ r xy ਪਲੇਨ ਦੀ ਦੂਰੀ ਹੈ ਇਸ ਲਈ ਮੂਲ ਰੂਪ ਵਿੱਚ xy ਪਲੇਨ ਵਿੱਚ ਅਸੀਂ ਹਾਂ ਜੋ ਪੋਲਰ ਕੋਆਰਡੀਨੇਟ r ਦੁਆਰਾ ਦਰਸਾਉਂਦਾ ਹੈ ਇਸ ਪੁਆਇੰਟ ਦੀ ਡਿਸਟੈਂਸ ਹੈ ਅਤੇ phi ਐਂਗਲ ਹੈ ਇਸ x ਤੁਰੇ ਤੋਂ ਅਤੇ ਇਹ z ਇੱਥੇ ਕਾਰਟੀਜ਼ੀਅਨ ਕੋਆਰਡੀਨੇਟਸ ਵਿੱਚ ਦਿੱਤੇ ਦੇ ਸਮਾਨ ਹੈ ਇਸ ਲਈ z ਅਤੇ ਇਸ xy ਵਿੱਚ ਕੋਈ ਬਦਲਾਅ ਨਹੀਂ ਹੈ ਬਸ ਉਹ ਇਸ r phi ਦੁਆਰਾ ਦਿੱਤੇ ਗਏ ਹਨ ਅਤੇ ਇਹ ਇਸ xy ਪਲੇਨ ਵਿੱਚ ਪੋਲਰ ਕੋਆਰਡੀਨੇਟ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇਸ ਲਈ ਰਿਲੇਸ਼ਨ ਦੁਬਾਰਾ ਕਿਉਂਕਿ ਇਹ ਇਸ xy ਪਲੇਨ ਵਿੱਚ ਪੋਲਰ ਕੋਆਰਡੀਨੇਟ ਹੈ ਇਸ ਲਈ x ਹੈ r cos phi ਅਤੇ y ਹੈ r sin phi ਇਸ ਲਈ ਪੋਲਰ ਕੋਆਰਡੀਨੇਟ ਵਿੱਚ ਅਸੀਂ ਇਸ ਐਂਗਲ ਨੂੰ ਥੀਟਾ ਕਹਿੰਦੇ ਸੀ ਪਰ ਹੁਣ ਇਹ ਵੱਖਰੀ ਰਿਪਰੈਜ਼ੈਂਟੇਸ਼ਨ ਹੈ ਅਸੀਂ ਇਸ ਨੂੰ phi ਕਹਿ ਰਹੇ ਹਾਂ ਇਸ ਲਈ ਰਿਲੇਸ਼ਨ ਰਹਿੰਦਾ ਹੈ ਬਿਲਕੁਲ ਉਹੀ ਧੁਰਾ r cos phi ਦੇ ਇਕੁਅਲ ਬਰਾਬਰ ਹੈ ਅਤੇ y ਇਕੁਅਲ ਬਰਾਬਰ ਹੈ r sin phi ਅਤੇ ਇਹ z ਕਾਰਟੀਜ਼ੀਅਨ ਕੋਆਰਡੀਨੇਟ ਵਿੱਚ z ਦੇ ਇਕੁਅਲ ਬਰਾਬਰ ਹੈ ਇਸ ਲਈ ਇਹ ਸਧਾਰਨ ਰਿਲੇਸ਼ਨ ਹੈ ਜਦੋਂ ਅਸੀਂ ਸਿਲੰਡਰਰ ਕੋਆਰਡੀਨੇਟ ਬਾਰੇ ਗੱਲ ਕਰਦੇ ਹਾਂ ਅਤੇ ਇੱਥੇ ਇਹ ਰਿਲੇਸ਼ਨ ਦੁਬਾਰਾ ਪੋਲਰ ਕੋਆਰਡੀਨੇਟ ਤੋਂ ਆ ਰਿਹਾ ਹੈ ਕਿ ਇਹ x ਸਕੁਏਅਰ ਪਲਸ y ਸਕੁਏਅਰ ਇਸ ਕੇਸ ਵਿੱਚ r ਸਕੁਏਅਰ ਹੋਵੇਗਾ ਇਸ ਲਈ ਹੁਣ ਇੱਥੇ ਜੇਕਰ ਅਸੀਂ ਟ੍ਰਿਪਲ ਇੰਟੀਗਰਲ ਅਤੇ ਵੇਰੀਏਬਲ ਦੇ ਬਦਲਾਅ ਬਾਰੇ ਗੱਲ ਕਰਦੇ ਹਾਂ ਸਾਡੇ ਕੋਲ ਇਹ ਇੰਟੀਗਰਲ ਹੈ ਜੋ ਇਸ ਕਾਰਟੀਜ਼ੀਅਨ ਕੋਆਰਡੀਨੇਟਸ ਵਿੱਚ ਲਿਖਿਆ ਗਿਆ ਹੈ ਅਤੇ ਜੇਕਰ ਤੁਸੀਂ ਇੱਥੇ ਵੇਰੀਏਬਲਾਂ ਦੀ ਇਹ ਤਬਦੀਲੀ ਕਰਨਾ ਚਾਹੁੰਦੇ ਹੋ ਤਾਂ x ਇਕੁਅਲ ਬਰਾਬਰ r cos phi y ਇਕੁਅਲ ਬਰਾਬਰ r sin phi ਅਤੇ z ਇਕੁਅਲ ਬਰਾਬਰ ਹੈ z ਉਸ ਸਥਿਤੀ ਵਿੱਚ ਇਸ ਇੰਟੀਗਰਲ ਨੂੰ ਇਸ ਤਰ੍ਹਾਂ ਲਿਖਿਆ ਜਾਵੇਗਾ ਕਿ ਇੱਥੇ x ਦਾ ਸਿੱਧਾ ਸਬਸਟੀਟਿਊਸ਼ਨ y ਲਈ r cos phi ਅਸੀਂ r sin phi ਅਤੇ z ਨਾਲ ਸਬਸਟੀਟਿਊਸ਼ਨ ਦਿੱਤਾ ਹੈ ਕਿਉਂਕਿ ਇਹ ਉੱਥੇ ਇੱਕੋ ਜਿਹਾ ਸੀ ਇਸ ਲਈ ਇਹ z ਰਹਿੰਦਾ ਹੈ ਅਤੇ ਫਿਰ ਇਹ ਜੈਕੋਬੀਅਨ ਸ਼ਬਦ ਦੁਬਾਰਾ ਆਵੇਗਾ ਅਤੇ dr d phi dz ਦੀ ਬਜਾਏ dx dy dz ਕਿਉਂਕਿ ਵੇਰੀਏਬਲ ਹਨ r phi ਅਤੇ z ਹੁਣ ਸਿਲਿੰਡਰਿਕਲ ਕੋਆਰਡੀਨੇਟਸ ਦੇ ਮਾਮਲੇ ਵਿੱਚ ਇਸ ਲਈ ਇਹ ਸਿਲੰਡਰਰ ਗੋਲਾਕਾਰ ਨਹੀਂ ਬਲਕਿ ਸਿਲੰਡਰਰ ਕੋਆਰਡੀਨੇਟਸ ਹੈ ਇਸ ਲਈ ਸਿਲਿੰਡਰਿਕਲ ਕੋਆਰਡੀਨੇਟਸ ਹੈ ਇਸ ਲਈ ਇਸ ਕੇਸ ਵਿੱਚ ਸਾਡੇ ਕੋਲ ਹੁਣ ਇਹ ਜੈਕੋਬੀਅਨ ਹੈ ਜੋ ਅਸੀਂ ਇਸ ਡਿਟਰਮੀਨੈਂਟ ਦੁਬਾਰਾ ਕੰਪਿਊਟ ਕਰ ਸਕਦੇ ਹਾਂ ਇਹ ਪਹਿਲਾ ਰੋ r ਫਿਰ phi ਅਤੇ ਫਿਰ z ਦੇ ਸੰਬੰਧ ਵਿੱਚ ਦੇ ਹਿਸਾਬ ਨਾਲ x ਦਾ ਪਾਰਸ਼ਲ ਡੈਰੀਵੇਟਿਵ ਹੋਵੇਗਾ ਪਰ ਇੱਥੇ ਕੋਈ z ਨਹੀਂ ਹੈ ਇਸ ਲਈ ਕੁਦਰਤੀ ਇਹ 0 ਬਣ ਜਾਵੇਗਾ y ਕੋਲ ਵੀ z ਨਹੀਂ ਹੈ ਇਹ 0 ਬਣ ਜਾਵੇਗਾ ਅਤੇ ਇਹ ਇੱਥੇ 1 ਹੈ ਇਸ ਲਈ ਇਹ ਟ੍ਰੀਵੀਅਲ ਸਥਿਤੀਆਂ ਹਨ ਕਿ ਇਹ 0 ਬਣ ਜਾਵੇਗਾ ਕਿਉਂਕਿ x ਕੋਲ z ਨਹੀਂ ਹੈ y ਵੀ z ਨਹੀਂ ਹੈ ਇਹ ਵੀ 0 ਬਣ ਜਾਵੇਗਾ ਅਤੇ ਇਹ 1 ਬਣ ਜਾਵੇਗਾ ਅਤੇ ਫਿਰ ਅਸੀਂ ਡੇਲ r ਅਤੇ ਡੇਲ x ਡੇਲ phi ਕੰਪਿਊਟ ਕਰ ਸਕਦੇ ਹਾਂ ਇਸ ਲਈ ਬਸ ਇਹ ਆ ਰਿਹਾ ਹੈ cos phi ਮਾਈਨਸ r sin phi 0 ਅਤੇ ਇੱਥੇ 1 ਅਤੇ ਫਿਰ y ਦਾ r ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਜੋ ਕਿ sin phi ਹੋਵੇਗਾ ਅਤੇ ਇੱਥੇ sin phi ਇਸ ਡੈਰੀਵੇਟਿਵ 0 ਨਾਲ cos phi ਬਣ ਜਾਵੇਗਾ ਅਤੇ ਇਸ z ਵਿੱਚ ਸਿਰਫ z ਹੈ ਇਸ ਲਈ phi ਵਿੱਚ ਕੋਈ r ਨਹੀਂ ਹੈ ਇਸ ਲਈ ਕੁਦਰਤੀ ਤੌਰ ਤੇ ਇਹ ਮੈਂਬਰ ਇੱਥੇ 0 ਹੋਣਗੇ ਅਤੇ ਇੱਕ ਵਾਰ ਜਦੋਂ ਅਸੀਂ ਇਸ ਡਿਟਰਮੀਨੈਂਟ ਨੂੰ ਕੰਪਿਊਟ ਕਰਦੇ ਹਾਂ ਤਾਂ ਇਹ ਸਿਰਫ r ਆ ਜਾਵੇਗਾ ਇਸ ਲਈ ਦੁਬਾਰਾ ਕਿਉਂਕਿ z ਵਿੱਚ ਕੋਈ ਚੇਂਜ ਨਹੀਂ ਹੋਈ ਸੀ ਇਸ ਲਈ ਮੂਲ ਰੂਪ ਵਿੱਚ ਇਹ ਸਿਮਿਲਰ ਹੈ ਜੋ ਅਸੀਂ ਪੋਲਰ ਕੋਆਰਡੀਨੇਟ ਵਿੱਚ ਕਰਦੇ ਹਾਂ ਇਸ ਲਈ ਅਸੀਂ
ਨੂੰ ਕਾਰਟੀਜ਼ੀਅਨ ਤੋਂ ਪੋਲਰ ਕੋਆਰਡੀਨੇਟਸ ਵਿੱਚ ਬਦਲ ਰਹੇ ਹਾਂ ਕਿਉਂਕਿ x ਅਤੇ y ਇਸ z ਵਿੱਚ ਨਹੀਂ ਬਦਲੇ ਜਾਂਦੇ ਹਨ। z ਉਸੇ ਤਰ੍ਹਾਂ ਹੀ ਰਹਿੰਦਾ ਹੈ ਜਿਵੇਂ ਇਹ ਪੋਲਰ ਵਿੱਚ ਹੈ ਕਿਉਂਕਿ ਇਸ ਵਿੱਚ ਸਿਲਿੰਡਰਿਕਲ ਕੋਆਰਡੀਨੇਟਸ ਹੈ। ਇਸ ਲਈ ਸਾਡੇ ਕੋਲ ਦੁਬਾਰਾ ਜੈਕੋਬੀਅਨ ਹੈ ਜੋ r ਦੇ ਰੂਪ ਵਿੱਚ ਪੋਲਰ ਕੋਆਰਡੀਨੇਟ ਵਿੱਚ ਵੀ ਸੀ। ਇਸ ਲਈ ਸਿਰਫ ਚੇਂਜ ਉਦੋਂ ਹੁੰਦੀ ਹੈ ਜਦੋਂ ਅਸੀਂ ਇਸ ਟ੍ਰਿਪਲ ਇੰਟੀਗਰਲ ਵਿੱਚ ਚੇਂਜ ਕਰਦੇ ਹਾਂ। ਇਸ x ਨੂੰ r cos phi y ਨਾਲ ਬਦਲ ਦਿੱਤਾ ਜਾਵੇਗਾ, r sin phi ਨਾਲ ਬਦਲਿਆ ਜਾਵੇਗਾ ਅਤੇ z ਇਸ ਤਰ੍ਹਾਂ ਹੀ ਰਹੇਗਾ। ਅਤੇ ਇਹ ਫੈਕਟਰ ਇੱਥੇ ਜੈਕੋਬੀਅਨ ਹੋਵੇਗਾ r dx dy dz dr d phi ਅਤੇ dz ਬਣ ਜਾਵੇਗਾ। ਇਸ ਲਈ ਆਓ ਕੁਝ ਸਮੱਸਿਆਵਾਂ ਵਿੱਚੋਂ ਲੰਘੀਏ ਜਿੱਥੇ ਅਸੀਂ ਇਸ ਨੂੰ ਸਿਲੰਡਰਲ ਕੋਆਰਡੀਨੇਟਸ ਵਿੱਚ ਬਦਲਣ ਦੇ ਵਿਚਾਰ ਦੀ ਵਰਤੋਂ ਕਰ ਸਕਦੇ ਹਾਂ। ਇਸ ਸਮੱਸਿਆ ਨੰਬਰ 1 ਵਿੱਚ ਇਸ ਲਈ ਸਿਲਿੰਡਰਿਕਲ ਕੋਆਰਡੀਨੇਟਸ ਵਿੱਚ ਬਦਲਦੇ ਹੋਏ ਅਸੀਂ ਇਸ ਇੰਟੀਗਰਲ ਨੂੰ ਇਵੈਲਿਊਏਟ ਕਰਦੇ ਹਾਂ। ਇਸ ਲਈ ਇੰਟੀਗਰੈਂਟ z ਅਤੇ x ਵਰਗ ਜੋੜ y ਵਰਗ dx dy dz ਹੈ ਅਤੇ ਇਹ ਡੋਮੇਨ d x ਵਰਗ ਪਲੱਸ y ਸਕੁਏਅਰ ਘੱਟ ਫਿਰ 1 ਦੇ ਇਕੁਅਲ ਬਰਾਬਰ ਹੈ। ਇਸ ਲਈ ਇਹ ਡਿਸਕ ਸਰਕੂਲਰ ਡਿਸਕ ਹੈ ਅਤੇ ਫਿਰ ਸਾਡੇ ਕੋਲ z ਦੀ ਦਿਸ਼ਾ ਵਿੱਚ ਹੈ ਅਤੇ ਇਸ ਦਾ ਮਤਲਬ ਹੈ ਕਿ ਇਹ 2 ਤੋਂ 3 ਤੱਕ ਬਦਲਦਾ ਹੈ। ਇਸ ਲਈ z ਕੋਆਰਡੀਨੇਟ ਸਿੱਧੇ ਦਿੱਤੇ ਗਏ ਹਨ ਕਿ z 2 ਤੋਂ 3 ਤੱਕ ਬਦਲਦਾ ਹੈ ਅਤੇ ਫਿਰ ਸਾਡੇ ਕੋਲ ਇਹ ਸਰਕੂਲਰ ਡਿਸਕ ਇੱਥੇ xy ਪਲੇਨ x ਸਕੁਏਅਰ ਪਲੱਸ y ਸਕੁਏਅਰ ਘੱਟ ਫਿਰ 1 ਦੇ ਇਕੁਅਲ ਬਰਾਬਰ ਹੈ ਤਾਂ ਇਹ ਇੱਥੇ ਇੱਕ ਸਿਲੰਡਰ ਹੈ ਰੇਡੀਅਸ 1 ਦੇ ਨਾਲ ਇੱਕ ਸਰਕੂਲਰ ਸਿਲੰਡਰ ਦੇ ਨਾਲ ਅਤੇ ਇਹ ਇਸ z ਦੀ ਦਿਸ਼ਾ ਵਿੱਚ 2 ਤੋਂ 3 ਤੱਕ ਬਦਲਦਾ ਹੈ। ਇਸ ਲਈ ਇਹ ਇੱਥੇ ਤਸਵੀਰ ਹੈ x ਕੋਆਰਡੀਨੇਟ y ਕੋਆਰਡੀਨੇਟ ਅਤੇ z ਕੋਆਰਡੀਨੇਟ ਅਤੇ ਸਾਡੇ ਕੋਲ ਤੋਂ z ਇਕੁਅਲ ਬਰਾਬਰ 2 ਹੈ 2 z ਇਕੁਅਲ ਹੈ 3 ਜੋ ਕਿ ਇਸ z ਐਕਸਿਸ ਦੇ ਨਾਲ ਸਿਲੰਡਰ ਦੀ ਉਚਾਈ ਹੈ ਅਤੇ ਇਹ ਸਿਲੰਡਰ ਦਾ ਐਕਸਿਸ ਵੀ ਹੈ ਅਤੇ ਫਿਰ ਸਾਡੇ ਕੋਲ ਇਹ ਸਰਕੂਲਰ ਡਿਸਕ ਹੈ ਜੋ ਕਿ x ਸਕੁਏਅਰ ਪਲੱਸ y ਸਕੁਏਅਰ 1 ਤੋਂ ਘੱਟ ਹੈ। ਇਸ ਲਈ ਸਿਲੰਡਰ ਦਾ ਰੇਡੀਅਸ 1 ਹੈ ਅਤੇ ਇੱਥੇ ਹਾਈਟ 2 ਤੋਂ 3 ਤੱਕ ਹੈ। ਇਸ ਲਈ ਇਸ ਦੀ ਵਰਤੋਂ ਕਰਨਾ ਨੈਚੁਰਲ ਹੈ। ਉਦਾਹਰਨ ਲਈ ਸਿਲਿੰਡਰਿਕਲ ਕੋਆਰਡੀਨੇਟਸ ਕਿਉਂਕਿ ਇਹ ਬਿਲਕੁਲ ਸਿਲੰਡਰ ਨੂੰ ਦਿੱਤਾ ਗਿਆ ਹੈ ਅਤੇ ਇਹ ਬਹੁਤ ਜ਼ਿਆਦਾ ਆਸਾਨ ਹੋਵੇਗਾ ਜੇਕਰ ਅਸੀਂ ਅਜਿਹੀਆਂ ਸਮੱਸਿਆਵਾਂ ਵਿੱਚ ਸਿਲਿੰਡਰਿਕਲ ਕੋਆਰਡੀਨੇਟਸ ਦੀ ਵਰਤੋਂ ਕਰਦੇ ਹਾਂ। ਇਸ ਲਈ ਸਾਡਾ ਇਹ ਰਿਲੇਸ਼ਨ ਹੈ ਕਿ x ਇਕੁਅਲ ਬਰਾਬਰ r cos ਥੀਟਾ ਹੈ ਅਤੇ y ਇਕੁਅਲ ਹੈ r sin ਥੀਟਾ ਅਤੇ z ਆਮ ਵਾਂਗ z ਰਹਿੰਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਇਸ ਕੇਸ ਵਿੱਚ x ਸਕੁਏਅਰ ਪਲੱਸ y ਸਕੁਏਅਰ r ਸਕੁਏਅਰ ਬਣ ਜਾਵੇਗਾ ਅਤੇ ਜੈਕੋਬੀਅਨ ਟਰਮ ਵੀ ਜੋ ਕਿ ਇਸ ਟ੍ਰਿਪਲ ਇੰਟੀਗਰਲ ਦੇ ਚੇਂਜ ਆਫ ਵੇਰੀਏਬਲ ਦੀ ਲੋੜ ਹੋਵੇਗੀ ਅਤੇ ਇਹ ਸਿਲੰਡਰਲ ਕੋਆਰਡੀਨੇਟ ਵਿੱਚ ਹੈ ਜੋ ਕਿ r ਹੈ ਜਿਸ ਨੂੰ ਅਸੀਂ ਹੁਣੇ ਪਿਛਲੀ ਸਲਾਈਡ ਵਿੱਚ ਇਵੈਲਿਊਏਟ ਕੀਤਾ ਹੈ। ਇਸ ਲਈ ਹੁਣ ਇਹ ਇੰਟੀਗਰਲ ਦਿੱਤਾ ਗਿਆ ਇੰਟੀਗਰਲ ਦੀ ਇਸ ਪੋਲਰ ਕੋਆਰਡੀਨੇਟ ਵਿੱਚ ਨੁਮਾਇੰਦਗੀ ਕੀਤੀ ਜਾਵੇਗੀ। ਇਸ ਲਈ ਇਹ r ਇੱਥੇ ਜੈਕੋਬੀਅਨ ਲਈ ਹੈ ਸਾਡੇ ਕੋਲ ਜੈਕੋਬੀਅਨ ਦੇ ਕਾਰਨ ਇਹ ਸ਼ਬਦ ਹੈ ਅਤੇ ਫਿਰ ਇਹ dr d phi ਅਤੇ d ਥੀਟਾ ਜੋ ਨੂੰ ਬਦਲਿਆ ਜਾਵੇਗਾ ਇਸ ਵਾਧੂ ਜੈਕੋਬੀਅਨ ਸ਼ਬਦ ਨਾਲ ਇਸ dx dy dz ਲਈ ਬਣ ਗਿਆ ਹੈ। ਅਤੇ ਫਿਰ ਪਹਿਲਾਂ ਅਸੀਂ ਇਸ ਬਾਰੇ ਚਰਚਾ ਕਰੀਏ। ਇੰਟੀਗਰੈਂਟ ਤਾਂ z ਜਿਵੇਂ ਕਿ ਇਹ ਹੈ ਅਤੇ x ਸਕੁਏਅਰ ਪਲੱਸ y ਸਕੁਏਅਰ ਹੁਣ r ਸਕੁਏਅਰ ਬਣ ਗਿਆ ਹੈ। ਹੁਣ ਅਸੀਂ ਇੱਥੇ r ਲਈ ਲਿਮਿਟਸ ਤੇ ਆਉਂਦੇ ਹਾਂ। ਇਸ ਲਈ ਇਹ ਬਹੁਤ ਸਪਸ਼ਟ ਹੈ ਕਿ ਜਾਂ ਪਹਿਲਾਂ z ਦੀ ਲਿਮਿਟ ਰੱਖੀਏ ਤਾਂ z ਦੀ ਲਿਮਿਟ ਨੂੰ ਮਾਮੂਲੀ ਤੌਰ ਤੇ ਦਿੱਤੀ ਗਈ ਹੈ ਕਿ z 2 ਤੋਂ 3 ਤੱਕ ਬਦਲਦਾ ਹੈ। ਇਸ ਲਈ z 2 ਤੋਂ 3 ਦੀਆਂ ਲਿਮਿਟਸ ਇੱਕ ਵਾਰ ਜਦੋਂ ਅਸੀਂ z ਦੀਆਂ ਲਿਮਿਟ ਨੂੰ ਕਵਰ ਕਰ ਲੈਂਦੇ ਹਾਂ ਤਾਂ ਜੋ ਬਚਦਾ ਹੈ ਇਹ xy ਪਲੇਨ ਦਾ ਇਹ ਪ੍ਰੋਜੈਕਸ਼ਨ ਹੈ ਅਤੇ ਇਹ ਕੁਝ ਨਹੀਂ ਹੈ ਪਰ ਸਰਕਲ ਹੈ। ਇਸ ਲਈ ਇੱਥੇ ਇੱਕ ਵਾਰ ਜਦੋਂ ਅਸੀਂ z ਦੀਆਂ ਇਹਨਾਂ ਲਿਮਿਟਸ ਨੂੰ ਨਿਸ਼ਚਿਤ ਕਰ ਲਿਆ ਹੈ ਤਾਂ ਹੁਣ ਜੋ ਬਚਿਆ ਹੈ ਉਹ xy ਪਲੇਨ ਵਿੱਚ ਇੱਕ ਸਰਕਲ ਹੈ ਜਿਸ ਨੂੰ ਅਸੀਂ ਪਹਿਲਾਂ ਹੀ ਪੋਲਰ ਕੋਆਰਡੀਨੇਟਸ ਵਿੱਚ ਜਾਣਦੇ ਹਾਂ। ਸਰਕਲ ਲਈ ਲਿਮਿਟਸ ਕੀ ਹੋਣਗੀਆਂ r 0 ਤੋਂ 1 ਵੱਲ ਜਾ ਰਿਹਾ ਕਿਉਂਕਿ ਇੱਥੇ ਇਹ ਰੇਡੀਅਸ ਹੈ ਸਰਕਲ ਵਿੱਚੋਂ ਇੱਕ ਲਈ ਤਾਂ r 0 ਤੋਂ 1 ਵੱਲ ਜਾ ਰਿਹਾ ਹੈ ਅਤੇ ਫਿਰ ਥੀਟਾ 0 ਤੋਂ 2 phi ਪੂਰੇ ਸਰਕਲ ਤੱਕ ਜਾ ਰਿਹਾ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਇੱਥੇ phi ਨੂੰ ਸਿਲੰਡਰਲ ਪੋਲਰ ਕੋਆਰਡੀਨੇਟ ਵਿੱਚ ਲੈਂਦੇ ਹਾਂ ਤਾਂ phi 0 ਤੋਂ 2 phi ਤੱਕ ਵੇਰੀ ਕਰਦਾ ਹੈ ਅਤੇ r 0 ਤੋਂ 1 ਤੱਕ ਜਾਂਦਾ ਹੈ ਅਤੇ ਅਸੀਂ ਫਿਰ ਉਸ ਇੰਟੀਗਰਲ ਨੂੰ ਚੇਂਜ ਕੀਤਾ ਹੈ ਜੋ ਅਸੀਂ ਜੈਕੋਬੀਅਨ ਟਰਮ ਲਈ ਸੰਭਾਲਿਆ ਹੈ ਅਤੇ ਹੁਣ ਇਸ ਇੰਟੀਗਰਲ ਦਾ ਅਸੀਂ ਮੁਲਾਂਕਣ ਕਰ ਸਕਦੇ ਹਾਂ।
ਇਸ ਕਰਕੇ ਇਹ ਉਹ ਇੰਟੀਗਰਲ ਹੈ ਜਿਹਦਾ ਅਸੀਂ ਮੁਲਾਂਕਣ ਕਰਨਾ ਚਾਹੁੰਦੇ ਹਾਂ। ਇਸ ਕਰਕੇ ਪਹਿਲਾਂ ਅਸੀਂ ਇਸ ਦੇ ਨਾਲ ਜਾਵਾਂਗੇ r ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇੰਟੀਗਰਲ ਦਾ ਮੁਲਾਂਕਣ ਹੈ। ਇਸ ਕਰਕੇ ਸਾਡੇ ਕੋਲ ਇੱਥੇ r ਕਿਊਬ dr ਹੈ, ਇਸ ਲਈ r 0 ਤੋਂ 1 ਤੱਕ ਜਾਂਦਾ ਹੈ, ਇਸ ਲਈ ਇਹ r ਕਿਊਬ ਜਦੋਂ ਅਸੀਂ ਇੰਟੀਗ੍ਰੇਟ ਕਰਦੇ ਹਾਂ ਤਾਂ r 4/4 ਹੋਵੇਗਾ, ਅਤੇ ਜਦੋਂ ਅਸੀਂ ਲਿਮਿਟਸ ਲਿਖਦੇ ਹਾਂ ਤਾਂ ਉਹ 0 ਅਤੇ 1 ਹਨ। ਇਸ ਕਰਕੇ ਸਾਨੂੰ ਹੋਰ ਕੁਝ ਨਹੀਂ ਪਰ 1/4 ਮਿਲੇਗਾ, ਅਤੇ z ਉਵੇਂ ਹੀ ਰਹੇਗਾ ਅਤੇ ਸਾਨੂੰ ਹੁਣ φ ਦੇ ਸੰਬੰਧ ਵਿੱਚ ਅਤੇ z ਦੇ ਸੰਬੰਧ ਵਿੱਚ ਹੋਰ ਇੰਟੀਗਰਲ ਕਰਨੇ ਪੈਣਗੇ। ਇਸ ਕਰਕੇ φ ਦੇ ਸੰਬੰਧ ਵਿੱਚ ਇੰਟੀਗਰੈਂਟ ਵਿੱਚ ਕੋਈ φ ਨਹੀਂ ਹੈ, ਤਾਂ ਬਸ ਇਹ φ ਹੋਵੇਗਾ ਅਤੇ ਫਿਰ ਅਸੀਂ ਲਿਮਿਟ 0 ਨੂੰ 2π ਤੇ ਰੱਖਾਂਗੇ। ਇਸ ਕਰਕੇ ਉੱਪਰਲੀ ਲਿਮਿਟ 2π ਦੇਵੇਗੀ। ਇਸ ਕਰਕੇ φ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇਸ ਇੰਟੀਗਰਲ ਲਈ ਸਾਨੂੰ 2π ਪ੍ਰਾਪਤ ਹੋਵੇਗਾ ਅਤੇ ਇਹ ਬਾਏ ਅਤੇ ਫਿਰ ਸਾਡੇ ਕੋਲ z dz ਹੈ। ਦੁਬਾਰਾ ਇਹ z dz z ਸਕੁਏਅਰ ਬਾਏ 2 ਹੈ ਅਤੇ ਫਿਰ ਸਾਨੂੰ ਇਹ ਉੱਪਰਲੀ ਲਿਮਿਟ ਅਤੇ ਲੋਅਰ ਲਿਮਿਟ ਲਗਾਉਣ ਦੀ ਜ਼ਰੂਰਤ ਹੈ। ਇਸ ਕਰਕੇ ਇਹ z ਸਕੁਏਅਰ ਬਾਏ 2 z ਸਕੁਏਅਰ ਬਾਏ 2 ਅਤੇ ਫਿਰ 2 ਤੋਂ 3 ਹੋਵੇਗਾ। ਇਸ ਕਰਕੇ ਇਹ 1/2 ਹੈ ਅਤੇ ਫਿਰ ਇੱਥੇ ਸਾਡੇ ਕੋਲ 9 ਹੈ ਅਤੇ ਇਹ 4 ਮਾਈਨਸ ਤਾਂ ਜੋ ਇੱਥੇ 5 ਹਨ, ਇਸ ਕਰਕੇ 5/2 ਅਤੇ ਫਿਰ ਇਹ 2 ਕੈਂਸਲਡ ਹੋ ਜਾਣਗੇ ਤਾਂ ਸਾਡੇ ਕੋਲ 5/4 ਹੈ। ਇਸ ਲਈ ਇਹ ਦਿੱਤੇ ਗਏ ਇੰਟੀਗਰਲ ਦਾ ਵੈਲਿਊ ਹੈ। ਅਤੇ ਇਸ ਸਿਲਿੰਡਰਿਕਲ ਕੋਆਰਡੀਨੇਟ ਦੀ ਮਦਦ ਨਾਲ, ਜੋ ਕਿ ਨੈਚੁਰਲ ਸੀ ਕਿਉਂਕਿ ਡੋਮੇਨ ਸਿਲੰਡਰਰ ਸੀ ਅਤੇ ਇੰਟੀਗਰੈਂਟ ਵਿੱਚ ਇਹ x ਸਕੁਏਅਰ ਪਲੱਸ y ਸਕੁਏਅਰ ਟਰਮ ਅਤੇ ਸੀ ਜੋ ਤੁਰੰਤ ਇਹ r ਸਕੁਏਅਰ ਬਣ ਜਾਂਦਾ ਹੈ ਅਤੇ ਫਿਰ ਸਭ ਕੁਝ ਇੱਕ ਵਾਰ ਜਦੋਂ ਅਸੀਂ ਪੋਲਰ ਕੋਆਰਡੀਨੇਟ ਵਿੱਚ ਬਦਲਦੇ ਹਾਂ ਤਾਂ ਇੰਟੀਗ੍ਰੇਟ ਕਰਨਾ ਬਹੁਤ ਸਿੰਪਲ ਹੋ ਜਾਂਦਾ ਹੈ। ਇਸ ਕਰਕੇ ਇੱਥੇ ਅਸੀਂ ਇੱਕ ਹੋਰ ਸਮੱਸਿਆ ਨੂੰ ਸਫੇਰਿਕਲ ਕੋਆਰਡੀਨੇਟ ਵਿੱਚ ਬਦਲ ਕੇ ਜਾਂਚ ਕਰਦੇ ਹਾਂ ਤਾਂ ਹੁਣ ਅਸੀਂ ਇਸ ਇੰਟੀਗਰਲ ਦਾ ਮੁਲਾਂਕਣ ਕਰਨ ਲਈ ਸਫੇਰਿਕਲ ਕੋਆਰਡੀਨੇਟ ਵਿੱਚ ਚੇਂਜ ਕਰਾਂਗੇ। ਇਸ ਕਰਕੇ ਸਾਨੂੰ ਫਿਰ ਤੋਂ ਇੱਥੇ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਇੱਥੇ ਲਿਮਿਟਸ ਕੀ ਹਨ। ਲਿਮਿਟ ਇਹ x ਸਕੁਏਅਰ ਪਲੱਸ y ਸਕੁਏਅਰ ਤੋਂ 1 ਤੱਕ ਹੈ ਅਤੇ ਫਿਰ ਸਾਡੇ ਕੋਲ 0 ਤੋਂ ਸਕੁਏਅਰ ਰੂਟ 1 ਮਾਈਨਸ x ਸਕੁਏਅਰ ਹੈ ਅਤੇ ਸਾਡੇ ਕੋਲ x 0 ਤੋਂ 1 ਲਈ ਹੈ। ਇਸ ਕਰਕੇ ਇੰਟੀਗਰਲ ਦੀਆਂ ਲਿਮਿਟਸ ਨੂੰ ਦੇਖਦੇ ਹੋਏ ਸਾਨੂੰ ਦੀ ਪਛਾਣ ਕਰਨੀ ਪਵੇਗੀ ਕਿ ਡੋਮੇਨ ਕੀ ਹੈ, ਕਿਉਂਕਿ ਇੱਕ ਵਾਰ ਜਦੋਂ ਅਸੀਂ ਡੋਮੇਨ ਨੂੰ ਜਾਣਦੇ ਹਾਂ ਤਾਂ ਇਸ ਦਾ ਤੋਂ ਆਸਾਨ ਹੁੰਦਾ ਹੈ ਜੋ ਸਫੇਰਿਕਲ ਕੋਆਰਡੀਨੇਟਸ ਵਿੱਚ ਵੀ ਦਰਸਾਉਂਦਾ ਹੈ। ਇਸ ਕਰਕੇ ਇਸ ਕੇਸ ਵਿੱਚ ਇਸ z ਲਈ ਲਿਮਿਟਸ ਜੋ ਕਿ ਅੰਦਰਲਾ ਹੈ, ਇਸ ਲਈ z x ਸਕੁਏਅਰ ਪਲੱਸ y ਸਕੁਏਅਰ ਤੋਂ 1 ਤੱਕ ਜਾਂਦਾ ਹੈ ਅਤੇ ਇੱਥੇ ਇਹ y ਲਈ ਹੈ y 0 ਤੋਂ ਸਕੁਏਅਰ ਰੂਟ 1 ਮਾਈਨਸ x ਸਕੁਏਅਰ ਤੱਕ ਜਾਂਦਾ ਹੈ ਅਤੇ ਇਹ x 0 ਤੋਂ 1 ਤੱਕ ਜਾਂਦਾ ਹੈ, ਇਸ ਲਈ ਇਹ ਲਿਮਿਟਸ ਹਨ। ਇਸ ਕਰਕੇ ਇੱਥੇ z ਬਰਾਬਰ x ਸਕੁਏਅਰ ਪਲੱਸ y ਸਕੁਏਅਰ ਹੈ ਜੋ ਕਿ ਪਹਿਲਾ ਇੱਕ ਅੰਦਰਲਾ ਸਭ ਤੋਂ ਅੰਦਰਲਾ ਹੈ। ਇਸ ਕਰਕੇ x ਸਕੁਏਅਰ ਪਲੱਸ y ਸਕੁਏਅਰ ਜਾਂ z ਸਕੁਏਅਰ x ਸਕੁਏਅਰ ਪਲੱਸ y ਸਕੁਏਅਰ ਦੇ ਬਰਾਬਰ ਹੈ ਤਾਂ ਇਹ ਕੁਝ ਨਹੀਂ ਹੈ ਪਰ ਇਹ ਕੋਣ ਦੀ ਇਕੁਏਸ਼ਨ ਹੈ ਸਾਡੇ ਕੋਲ ਹੈ। ਇਸ ਕਰਕੇ ਦਾ ਮਤਲਬ ਹੈ ਕਿ z ਦੀ ਦਿਸ਼ਾ ਵਿੱਚ ਅਸੀਂ ਇਸ ਕੋਣ ਤੋਂ ਜਾ ਰਹੇ ਹਾਂ ਜਿਸ ਨੂੰ z ਵਰਗ ਪਲੱਸ y ਸਕੁਏਅਰ ਦੇ ਬਰਾਬਰ ਦਰਸਾਇਆ ਗਿਆ ਹੈ ਅਤੇ ਇੱਥੇ ਇਹ ਕੋਣ ਹੈ, ਇਸ ਕਰਕੇ ਇਹ x ਹੈ ਅਤੇ ਇਹ y ਹੈ ਅਤੇ ਇਹ ਇੱਥੇ z ਹੈ, ਇਸ ਲਈ z ਦੀ ਦਿਸ਼ਾ ਵਿੱਚ ਜੋ ਕਿ ਇੱਥੇ ਕੋਣ ਹੈ ਇਸ ਨੂੰ ਇਸ ਇਕੁਏਸ਼ਨ ਦੁਆਰਾ ਦਰਸਾਇਆ ਗਿਆ ਹੈ z ਸਕੁਏਅਰ ਰੂਟ x ਸਕੁਏਅਰ ਪਲੱਸ y ਸਕੁਏਅਰ ਦੇ ਬਰਾਬਰ ਹੈ। ਤਾਂ ਅਸੀਂ ਜੋ ਸਮਝਦੇ ਹਾਂ ਇੱਥੋਂ ਤੱਕ ਕਿ z ਇਸ ਕੋਣ ਤੋਂ 1 ਤੱਕ ਜਾ ਰਿਹਾ ਹੈ ਨੰਬਰ 1 ਨੂੰ ਫਿਕਸ ਕਰਨ ਲਈ, ਇਸ ਕਰਕੇ z ਅਤੇ z ਦੀ ਦਿਸ਼ਾ ਵਿੱਚ 0 z ਬਰਾਬਰ 1 ਤੇ, ਇਸ ਕਰਕੇ ਇਹ ਪਲੇਨ ਹੈ ਇਸ xy ਪਲੇਨ ਦਾ ਪੈਰਲਲ ਤੇ z 1 ਦੇ ਇਕੁਅਲ ਹੈ। ਇਸ ਕਰਕੇ ਇੱਥੇ ਹਮੇਸ਼ਾ z ਇਸ ਕੋਣ ਤੋਂ ਇਸ z ਵੱਲ ਵੱਧਦਾ ਹੈ 1 ਦੇ ਬਰਾਬਰ ਹੈ, ਇਹ ਇਸ ਕਰਕੇ z ਦੀ ਦਿਸ਼ਾ ਹੈ। ਅਤੇ ਫਿਰ ਜੇਕਰ ਅਸੀਂ ਇੱਥੇ ਧਿਆਨ ਨਾਲ ਵੇਖੀਏ ਤਾਂ y ਸਕੁਏਅਰ ਰੂਟ ਦੇ ਇਕੁਅਲ ਹੈ y ਸਕੁਏਅਰ ਰੂਟ x 1 ਮਾਈਨਸ x ਸਕੁਏਅਰ ਦੇ ਬਰਾਬਰ ਹੈ। ਇਸ ਦਾ ਮਤਲਬ ਹੈ ਕਿ y ਸਕੁਏਅਰ ਪਲੱਸ x ਸਕੁਏਅਰ 1 ਦੇ ਬਰਾਬਰ ਹੈ, ਇਸ ਕਰਕੇ ਉਹ ਸਰਕਲ ਹੈ ਅਤੇ ਇੱਥੇ x ਵੀ ਗੋਜ਼ 0 ਤੋਂ 1 ਤਾਂ y ਜੋ ਕਿ xy ਪਲੇਨ ਵਿੱਚ ਇਸ ਕੋਣ ਦਾ ਪ੍ਰੋਜੈਕਸ਼ਨ ਹੈ ਜੋ ਕਿ xy ਪਲੇਨ ਵਿੱਚ ਪ੍ਰੋਜੈਕਸ਼ਨ ਹੋਵੇਗਾ। ਇਸ ਕਰਕੇ ਸਾਡੇ ਕੋਲ ਇੱਥੇ x ਅਤੇ y ਹਨ। ਜੇਕਰ ਅਸੀਂ ਇਸ ਕੋਣ ਨੂੰ ਪ੍ਰੋਜੈਕਟ ਕਰਦੇ ਹਾਂ ਤਾਂ ਇਸ xy ਪਲੇਨ ਵਿੱਚ ਇਸ ਸਰਕਲ ਹਮੇਸ਼ਾ ਇੱਕ ਰੇਡੀਅਸ ਹੋਵੇਗਾ। ਇਸ ਲਈ ਇਹ ਦੋ ਸਭ ਤੋਂ ਬਾਹਰੀ ਲਿਮਿਟਸ ਹੁਣ ਸੁਝਾਅ ਦਿੰਦੀਆਂ ਹਨ ਕਿ y
0 ਤੋਂ ਸਰਕਲ ਵੱਲ ਜਾ ਰਿਹਾ ਹੈ, y 0 ਤੋਂ ਸਰਕਲ ਅਤੇ x 0 ਤੋਂ 1 ਤੱਕ ਹੈ। ਇਸ ਕਰਕੇ ਇਹ ਇਸ ਸਰਕਲ ਦਾ ਹਿੱਸਾ ਹੈ, ਇਸ ਕਰਕੇ ਇੱਥੇ ਸਰਕਲ ਦਾ 1/4 ਫਿਰ ਪੋਜ਼ਿਟਿਵ ਕੋਆਰਡੀਨੇਟ ਹੈ, ਅਤੇ ਫਿਰ ਸਾਡੇ ਕੋਲ ਇਸ z ਦੀ ਦਿਸ਼ਾ ਵਿੱਚ z ਤੱਕ z ਬਰਾਬਰ 1 ਅਤੇ ਕੋਣ ਤੱਕ ਹੈ, ਇਸ ਕਰਕੇ ਸਰਕਲ ਦਾ ਸਿਰਫ ਇਹ ਹਿੱਸਾ ਅਤੇ ਫਿਰ ਇੱਥੇ ਅਨੁਸਾਰੀ ਕੋਣ ਨੂੰ ਇਹਨਾਂ ਲਿਮਿਟਸ ਦੁਆਰਾ ਦਰਸਾਇਆ ਜਾਵੇਗਾ। ਇੱਥੇ ਇਹ ਕੋਣ ਹੈ ਜੋ z ਬਰਾਬਰ 1 ਹੈ ਅਤੇ ਇਹ origin ਤੋਂ ਸ਼ੁਰੂ ਹੁੰਦਾ ਹੈ। ਪਰ ਜਿਵੇਂ ਕਿ ਅਸੀਂ ਹੁਣੇ ਚਰਚਾ ਕੀਤੀ ਹੈ ਕਿ ਇਹ x 0 ਤੋਂ 1 ਦੇ ਇਕੁਅਲ ਹੈ ਅਤੇ y ਇਸ 0 ਤੋਂ ਸਕੁਏਅਰ ਰੂਟ 1 ਮਾਈਨਸ x ਸਕੁਏਅਰ ਦੇ ਇਕੁਅਲ ਹੈ ਕਿ ਅਸੀਂ ਇਸ x y ਪਲੇਨ ਦੇ ਪਹਿਲੇ ਕੋਆਰਡੀਨੇਟ ਵਿੱਚ ਹਾਂ, ਇਸ ਲਈ ਨੈਚਰਲੀ ਇਹ ਕੋਣ ਹੈ ਜੋ ਇੱਥੇ ਦਰਸਾਇਆ ਗਿਆ ਹੈ। ਅਤੇ ਹੁਣ ਸਾਨੂੰ ਸਫੇਰਿਕਲ ਕੋਆਰਡੀਨੇਟਸ ਵਿੱਚ ਕਨਵਰਟ ਕਰਨ ਦੀ ਜ਼ਰੂਰਤ ਹੈ, ਇਸ ਲਈ ਸਫੇਰਿਕਲ ਕੋਆਰਡੀਨੇਟਸ ਲਈ ਸਾਡੇ ਕੋਲ ਰਿਲੇਸ਼ਨ x ਬਰਾਬਰ ਹੈ r sin ਥੀਟਾ cos phi, y ਬਰਾਬਰ r sin ਥੀਟਾ phi ਅਤੇ z r cos ਥੀਟਾ ਹੈ। ਇਸ ਕਰਕੇ ਇਸ ਰਿਲੇਸ਼ਨ ਦੇ ਨਾਲ ਅਸੀਂ ਆਸਾਨੀ ਨਾਲ ਇਸ ਜੈਕੋਬੀਅਨ ਦੀ ਕੰਪਿਊਟ ਕਰ ਸਕਦੇ ਹਾਂ, ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਇਹ r ਸਕੁਏਅਰ sin ਥੀਟਾ ਹੈ ਅਤੇ ਸਾਡੇ ਇੱਥੇ ਇਹ ਰਿਲੇਸ਼ਨ ਵੀ ਹੈ x ਸਕੁਏਅਰ ਪਲਸ y ਸਕੁਏਅਰ ਪਲਸ z ਸਕੁਏਅਰ r ਸਕੁਏਅਰ ਦੇ ਬਰਾਬਰ ਹੈ। ਅਤੇ ਸਾਨੂੰ ਹੁਣ ਕੰਪਿਊਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਾਨੂੰ ਇੱਥੇ ਇਸ ਐਂਗਲ ਦੀ ਜ਼ਰੂਰਤ ਹੈ, ਜੋ ਕਿ ਇਸ ਸਫੇਰਿਕਲ ਕੋਆਰਡੀਨੇਟ ਵਿੱਚ ਲੋੜੀਂਦਾ ਹੈ, ਜਿਸ ਨੂੰ ਇਸ ਥੀਟਾ ਦੁਆਰਾ ਦਰਸਾਇਆ ਗਿਆ ਹੈ। ਇਸ ਕਰਕੇ ਥੀਟਾ ਨੂੰ ਸਿਰਫ ਇਸ ਲਈ ਨਹੀਂ ਲਿਮਿਟਸ ਕਰਦਾ ਹੈ ਕਿ z 1 ਦੇ ਇਕੁਅਲ ਹੈ, ਤਾਂ ਇਹ ਇੱਥੇ z 1 ਦੇ ਬਰਾਬਰ ਹੈ, ਇਸ ਕਰਕੇ ਇੱਥੇ ਤੋਂ ਇੱਥੇ ਸਾਡੇ ਕੋਲ ਇਹ ਡਿਸਟੈਂਸ 1 ਹੈ। ਅਤੇ ਫਿਰ ਇਸ ਸਰਕੂਲਰ ਪਾਰਟ ਵਿੱਚ ਵੀ ਰੇਡੀਅਸ 1 ਹੈ, ਜਿਸ ਦਾ ਰੇਡੀਅਸ ਵੀ 1 ਹੈ, ਕਿਉਂਕਿ ਉਹ ਹੈ ਜੋ ਅਸੀਂ ਇੱਥੇ ਦੇਖਿਆ ਹੈ ਕਿ z ਸਕੁਏਅਰ x ਸਕੁਏਅਰ ਪਲਸ y ਸਕੁਏਅਰ ਹੈ। ਇਸ ਲਈ ਜਦੋਂ z 1 ਹੁੰਦਾ ਹੈ, ਇਹ ਮੂਲ ਰੂਪ ਵਿੱਚ ਇਸ ਸਰਕੂਲਰ ਡਿਸਕ ਨਾਲ ਖਤਮ ਹੁੰਦਾ ਹੈ ਕਿਉਂਕਿ x ਸਕੁਏਅਰ ਪਲਸ y ਸਕੁਏਅਰ 1 ਦੇ ਬਰਾਬਰ ਹੁੰਦਾ ਹੈ, ਇਸ ਲਈ ਇਹ ਦੂਰੀ 1 ਹੈ, ਇਹ ਡਿਸਟੈਂਸ 1 ਹੈ, ਇਹ ਇਸ ਥੀਟਾ ਲਈ ਸਾਡੇ ਕੋਲ ਵੱਧ ਤੋਂ ਵੱਧ ਐਂਗਲ ਹੈ। ਇਸ ਕਰਕੇ ਦਿੱਤੇ ਗਏ ਇਸ ਪੂਰੇ ਕੋਣ ਨੂੰ ਕਵਰ ਕਰਨ ਲਈ ਇਹ ਥੀਟਾ ਐਂਗਲ ਹੋਵੇਗਾ 0 ਤੋਂ π/4 ਹੋਵੇਗਾ, ਜੋ ਕਿ ਥੀਟਾ ਦੀ ਲਿਮਿਟ ਹੋਵੇਗੀ। ਅਤੇ xy ਐਕਸਿਸ ਵਾਸਤੇ ਇਸ phi ਅਤੇ r ਲਈ ਅਸੀਂ ਪਹਿਲਾਂ ਹੀ ਦੇਖਿਆ ਹੈ ਕਿ ਇਹ ਹਿੱਸਾ ਹੈ। ਅਸੀਂ ਹੁਣ ਇਸ ਨੂੰ ਕਵਰ ਕਰਨ ਜਾ ਰਹੇ ਹਾਂ, ਇਸ ਕਰਕੇ r 0 ਤੋਂ 1 ਤੱਕ ਜਾਵੇਗਾ ਜੋ r 0 ਤੋਂ 1 ਹੋਵੇਗਾ ਅਤੇ phi ਹੁਣ 0 ਤੋਂ π/2 ਤੱਕ ਜਾਵੇਗਾ ਤਾਂ ਜੋ ਇਸ ਹਿੱਸੇ ਨੂੰ ਉੱਥੇ ਕਵਰ ਕੀਤਾ ਜਾ ਸਕੇ। ਇਸ ਕਰਕੇ ਇੱਕ ਵਾਰ ਜਦੋਂ ਅਸੀਂ ਇਸ ਇੱਕ ਦਿਸ਼ਾ ਵਿੱਚ ਕਵਰ ਕਰ ਲੈਂਦੇ ਹਾਂ, ਜਿਵੇਂ ਕਿ ਪਹਿਲਾਂ ਚਰਚਾ ਕੀਤੀ ਗਈ ਸੀ, ਇਸ ਦਾ ਮਤਲਬ z ਦੀ ਦਿਸ਼ਾ ਵਿੱਚ ਹੈ। ਹਾਂ, ਇੱਥੇ ਅਸੀਂ z ਲਈ ਚਰਚਾ ਨਹੀਂ ਕੀਤੀ ਹੈ, ਇਸ ਕਰਕੇ z ਦੀਆਂ ਲਿਮਿਟਸ ਕੋਣ ਤੋਂ z 1 ਤੱਕ ਹੋਣਗੀਆਂ। ਤਾਂ ਇਸ 0 ਤੋਂ ਅਸੀਂ ਇਸ ਵੱਲ ਜਾ ਰਹੇ ਹਾਂ। ਹਾਂ, ਅਸੀਂ ਸਫੇਰਿਕਲ ਕੋਆਰਡੀਨੇਟ ਬਾਰੇ ਗੱਲ ਕਰ ਰਹੇ ਹਾਂ, ਇਸ ਕਰਕੇ ਸਾਨੂੰ r ਦੀ ਜ਼ਰੂਰਤ ਹੈ, ਤਾਂ r ਇੱਥੇ ਤੋਂ ਬਿੰਦੂਆਂ ਤੱਕ ਇਹ ਡਿਸਟੈਂਸ ਹੋਵੇਗਾ। ਸਰਕੂਲਰ ਡਿਸਕ ਤੇ ਉੱਥੇ ਵੱਧ ਤੋਂ ਵੱਧ ਡਿਸਟੈਂਸ, ਇਸ ਕਰਕੇ z 1 ਦੇ ਬਰਾਬਰ ਹੈ, ਤਾਂ ਕਿ ਸਰਕੂਲਰ ਡਿਸਕ ਕੁਝ ਨਹੀਂ ਹੈ ਪਰ z ਉੱਥੇ 1 ਦੇ ਹੈ, ਇਸ ਲਈ ਅਸੀਂ r ਲਈ 0 ਤੋਂ ਅੱਗੇ ਵਧ ਰਹੇ ਹਾਂ। ਅਸੀਂ 0 ਤੋਂ ਇਸ ਡਿਸਕ ਵੱਲ ਜਾ ਰਹੇ ਹਾਂ, ਇੱਥੇ 0 ਤੋਂ ਇਸ ਡਿਸਕ ਤੱਕ, ਤਾਂ ਕਿ z 1 ਦੇ ਹੈ। ਹੁਣ ਲਈ r ਦੀਆਂ ਲਿਮਿਟਸ ਦਾ ਸੁਝਾਅ ਦੇਵੇਗਾ ਕਿਉਂਕਿ z ਪਹਿਲਾਂ ਹੀ ਦਿੱਤੇ ਗਏ r cos ਥੀਟਾ ਦੇ ਬਰਾਬਰ ਹੈ, ਇਸ ਕਰਕੇ ਇਹ r cos ਥੀਟਾ ਹੈ, ਇੱਕ r cos ਥੀਟਾ 1 ਦੇ ਹੈ ਨੂੰ r ਦੇਵੇਗਾ ਕਿਉਂਕਿ ਇਹ ਇਸ ਐਂਗਲ ਥੀਟਾ ਤੇ ਨਿਰਭਰ ਕਰਦਾ ਹੈ ਅਤੇ r ਇਸ ਐਂਗਲ ਥੀਟਾ ਤੇ ਨਿਰਭਰ ਕਰਦਾ ਹੈ। ਇੱਥੇ ਉਦਾਹਰਨ ਲਈ ਜਦੋਂ ਥੀਟਾ π/2 ਹੈ, 1 ਤੋਂ ਇਲਾਵਾ ਇਹ r ਕੁਝ ਨਹੀਂ ਹੈ, ਪਰ ਇੱਥੇ ਇਹ ਡਿਫਰੈਂਟ ਹੈ ਅਤੇ ਇਹ ਥੀਟਾ ਨਾਲ ਵੱਖਰਾ ਹੈ, ਇਸ ਕਰਕੇ r 1 ਉੱਤੇ cos ਥੀਟਾ ਦੁਆਰਾ ਦਿੱਤਾ ਜਾਵੇਗਾ। ਅਤੇ ਇਹ ਥੀਟਾ 0 ਤੋਂ π/4 ਬਾਰੇ ਅਸੀਂ ਪਹਿਲਾਂ ਹੀ ਦੀ ਗੱਲ ਕਰ ਚੁੱਕੇ ਹਾਂ ਅਤੇ phi ਲਈ ਸਾਡੇ ਕੋਲ ਇੱਕ cos ਹੈ, ਇਹ 0 ਤੋਂ π/2 ਤੱਕ ਜਾਵੇਗਾ, ਇਸ ਲਈ ਇਹ r phi ਲਈ c ਅਤੇ ਥੀਟਾ
ਬਾਰੇ ਅਸੀਂ ਪਹਿਲਾਂ ਗੱਲ ਕੀਤੀ ਹੈ। ਇਸ ਕਰਕੇ ਹੁਣ ਅਸੀਂ ਵੇਰੀਏਬਲਸ ਨੂੰ ਚੇਂਜ ਕਰ ਸਕਦੇ ਹਾਂ ਤਾਂ ਜੋ ਇਹ ਉੱਥੇ ਇੰਟੀਗਰਲ ਸੀ, ਅਤੇ ਇਹ r ਲਈ ਕਨਵਰਟ ਹੋ ਜਾਵੇਗਾ, ਜੋ ਕਿ ਸਫੇਰਿਕਲ ਪੋਲਰ ਕੋਆਰਡੀਨੇਟ ਵਿੱਚ ਇੱਥੇ ਤੋਂ ਉਸ ਪੁਆਇੰਟ ਤੱਕ ਦਾ ਡਿਸਟੈਂਸ ਹੈ, ਨਾ ਕਿ ਸਿਲਿੰਡਰਿਕਲ ਵਿੱਚ। ਸਿਲਿੰਡਰਿਕਲ ਵਿੱਚ ਸਾਡੇ ਕੋਲ ਕੇਵਲ xy ਪਲੇਨ ਹੈ। ਸਾਨੂੰ ਥੀਟਾ ਅਤੇ ਫਾਈ ਅਤੇ r ਦੀ ਖੋਜ ਕਰਨੀ ਪਵੇਗੀ। ਇਸ ਲਈ ਹੁਣ ਅਸੀਂ ਸਫੇਰਿਕਲ ਕੋਆਰਡੀਨੇਟ ਵਿੱਚ ਹਾਂ ਤਾਂ ਕਿ r ਇਸ ਪੁਆਇੰਟ ਤੋਂ ਇਸ ਤੱਕ ਦਾ ਡਿਸਟੈਂਸ ਹੈ, ਜਿੱਥੇ ਅਸੀਂ ਇਸ ਡੋਮੇਨ ਤੋਂ ਬਾਹਰ ਨਿਕਲਦੇ ਹਾਂ। ਇਸ ਲਈ ਇਹ ਐਗਜ਼ੈਕਟਲੀ z ਬਰਾਬਰ ਹੈ r, ਜਿੱਥੇ r ਨੂੰ 1 ਓਵਰ cos ਥੀਟਾ ਦੁਆਰਾ ਦਿੱਤਾ ਗਿਆ ਹੈ, ਤਾਂ ਇਹ r 0 ਤੋਂ 1 ਓਵਰ ਤੱਕ ਹੈ। cos ਥੀਟਾ ਇੱਥੇ ਥੀਟਾ ਹੈ, ਅਤੇ ਥੀਟਾ ਦੀਆਂ ਲਿਮਿਟਸ ਲਈ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ 1 0 ਤੋਂ ਪਾਈ ਬਾਏ 4 ਹੈ, ਅਤੇ ਫਾਈ ਲਈ ਅਸੀਂ 0 ਤੋਂ ਪਾਈ ਬਾਏ 2 ਵੱਲ ਵਧਾਂਗੇ, ਅਤੇ ਇਹ ਇੱਥੇ 1 ਤੋਂ ਓਵਰ ਹੈ। ਕਿਉਂਕਿ x ਸਕੁਏਅਰ ਪਲਸ y ਸਕੁਏਅਰ ਪਲਸ z ਸਕੁਏਅਰ r ਸਕੁਏਅਰ ਹੈ, ਇਸ ਲਈ ਇਹ r ਦੁਆਰਾ 1 ਹੈ, ਅਤੇ ਇਹ r ਸਕੁਏਅਰ ਸਾਈਨ ਥੀਟਾ ਜੋ ਜੈਕੋਬੀਅਨ ਟਰਮ ਹੈ, r ਸਕੁਏਅਰ ਸਾਈਨ ਥੀਟਾ ਜੋ ਜੈਕੋਬੀਅਨ ਟਰਮ ਹੈ, ਅਤੇ ਫਿਰ ਸਾਡੇ ਕੋਲ ਇਹ dr d ਥੀਟਾ d ਫਾਈ ਹੈ। ਇਸ ਲਈ ਹੁਣ ਅਸੀਂ ਆਸਾਨੀ ਨਾਲ ਇਸ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ r ਸਭ ਤੋਂ ਪਹਿਲਾਂ ਇੰਟੀਗਰੇਟ ਕਰ ਸਕਦੇ ਹਾਂ, ਕਿਉਂਕਿ ਇਹ r dr ਹੈ। ਇਸ ਲਈ ਸਾਡੇ ਕੋਲ r ਸਕੁਏਅਰ ਬਾਏ 2 ਹੋਵੇਗਾ ਕਿ ਅਸੀਂ z ਸਕੁਏਅਰ ਥੀਟਾ ਬਾਏ 2 ਕਰਾਂਗੇ, ਅਤੇ ਫਿਰ ਸਾਡੇ ਕੋਲ ਇੱਥੇ ਸਾਈਨ ਥੀਟਾ ਹੈ। ਇਸ ਲਈ ਇਹ ਸਾਈਨ ਥੀਟਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਅਤੇ ਇਹ ਇੱਕ ਸੈਕ ਥੀਟਾ ਸਾਡੇ ਕੋਸ ਥੀਟਾ ਵਿੱਚ ਜਾਵੇਗਾ। ਇਸ ਲਈ ਟੈਨ ਥੀਟਾ ਸੈਕ ਥੀਟਾ, ਸੋ ਸੈਕ ਥੀਟਾ ਟੈਨ ਥੀਟਾ। ਇਸ ਨਾਲ ਅਸੀਂ ਦੁਬਾਰਾ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਥੀਟਾ ਇੰਟੀਗਰੇਟ ਕਰਨਾ ਚਾਹੁੰਦੇ ਹਾਂ। ਇਸ ਲਈ ਇਸ ਸੈਕ ਥੀਟਾ ਟੈਨ ਥੀਟਾ ਦਾ ਇੰਟੀਗਰਲ ਦੁਬਾਰਾ ਹੋਵੇਗਾ ਸੈਕ ਥੀਟਾ, ਅਤੇ ਇੱਥੇ ਲਿਮਿਟਸ 0 ਤੋਂ ਪਾਈ ਬਾਏ 4 ਹੋਵੇਗੀ, ਅਤੇ ਇਹ ਫੈਕਟਰ ਅੱਧਾ ਉੱਥੇ ਬੈਠਾ ਹੈ। ਪਹਿਲਾਂ ਹੀ ਅਸੀਂ ਇਹਨਾਂ ਲਿਮਿਟਸ ਨੂੰ ਸਬਸਟੀਟਿਊਟ ਕਰ ਸਕਦੇ ਹਾਂ। ਇਸ ਲਈ ਇਹ ਸੀਕੈਂਟ ਪਾਈ ਬਾਏ 4 ਸਕੁਏਅਰ ਰੂਟ 2 ਅਤੇ ਫਿਰ -1 ਹੋਵੇਗਾ, ਅਤੇ ਫਾਈ ਲਈ ਸਾਨੂੰ ਇਹ ਪਾਈ ਬਾਏ 2 ਮਿਲੇਗਾ। ਇਸ ਲਈ ਇਹ 1 ਬਾਏ 2 ਕਰਕੇ ਇਹ 4 ਬਣਾ ਦੇਵੇਗਾ। ਇਸ ਲਈ ਇਹ ਦਿੱਤੇ ਗਏ ਇੰਟੀਗਰਲ ਸਕੁਏਅਰ ਰੂਟ 2 -1 ਪਾਈ ਬਾਏ 4 ਦਾ ਵੈਲਿਊ ਹੈ। ਆਖਰੀ ਉਦਾਹਰਣ, ਜਿੱਥੇ ਅਸੀਂ ਇਸ ਇੰਟੀਗਰਲ ਦਾ ਮੁਲਾਂਕਣ ਕਰਨ ਲਈ ਸਫੇਰਿਕਲ ਕੋਆਰਡੀਨੇਟ ਵਿੱਚ ਦੁਬਾਰਾ ਬਦਲਾਂਗੇ, ਅਤੇ ਦੁਬਾਰਾ ਸਫੇਰਿਕਲ ਕੋਆਰਡੀਨੇਟ ਵਿੱਚ ਬਦਲਦੇ ਹੋਏ ਸਾਨੂੰ ਜਿਓਮੈਟਰੀ ਦੀ ਖੋਜ ਕਰਨੀ ਪਵੇਗੀ ਕਿ ਅਸੀਂ ਇਸ ਇੰਟੀਗਰਲ ਲਿਮਿਟਸ ਵਿੱਚ ਕੀ ਕਰ ਰਹੇ ਹਾਂ। ਇਸ ਲਈ ਅੰਦਰੂਨੀ ਇੱਕ z ਗੋਜ਼ 0 ਤੋਂ ਸਕੁਏਅਰ ਰੂਟ 1 x ਸਕੁਏਅਰ y ਸਕੁਏਅਰ ਤੱਕ। ਇਸ ਦਾ ਮਤਲਬ ਹੈ ਕਿ z ਸਕੁਏਅਰ ਪਲਸ x ਸਕੁਏਅਰ ਪਲਸ y ਸਕੁਏਅਰ 1 ਦੇ ਇਕੁਅਲ ਬਰਾਬਰ ਹੈ। ਇਸ ਲਈ ਅਸੀਂ 0 ਤੋਂ z ਦੀ ਦਿਸ਼ਾ ਵਿੱਚ ਰੇਡੀਅਸ 1 ਦੇ ਸਫੀਅਰ ਵੱਲ ਜਾ ਰਹੇ ਹਾਂ, ਜਿਸ ਦੀ ਇਕੁਏਸ਼ਨ ਹੈ z ਇਕੁਅਲ ਸਕੁਏਅਰ ਰੂਟ 1 x ਸਕੁਏਅਰ y ਸਕੁਏਅਰ ਜੋ ਸਫੀਅਰ ਹੈ। ਤਾਂ ਅਸੀਂ 0 ਤੋਂ z ਦੀ ਦਿਸ਼ਾ ਵਿੱਚ ਉਸ ਸਫੀਅਰ ਵੱਲ ਜਾ ਰਹੇ ਹਾਂ। ਇਸ ਲਈ ਸਾਨੂੰ ਹੁਣ ਕਰਨਾ ਪਵੇਗਾ, ਥੋੜਾ ਹੋਰ ਧਿਆਨ ਨਾਲ ਦੇਖੋ ਅਤੇ ਫਿਰ ਇਸ y ਅਤੇ ਇਸ x ਦੀ ਦਿਸ਼ਾ ਵਿੱਚ ਇਹ ਸਿਰਫ ਉਸ ਸਰਕਲ ਤੋਂ ਇਲਾਵਾ ਕੁਝ ਨਹੀਂ ਹੈ ਜਦੋਂ ਇਹ ਸਫੀਅਰ ਇਸ xy ਪਲੇਨ ਤੇ ਪ੍ਰੋਜੈਕਟ ਕੀਤਾ ਜਾਂਦਾ ਹੈ, ਅਤੇ ਫਿਰ ਸਾਡੇ ਕੋਲ x 0 ਤੋਂ 1 y 0 ਤੋਂ 1 ਬਾਏ ਸਕੁਏਅਰ ਰੂਟ 1 x ਸਕੁਏਅਰ ਤੱਕ ਹੁੰਦਾ ਹੈ। ਇਸ ਲਈ ਇਹ xy ਪਲੇਨ ਵਿੱਚ ਹੈ। ਸਾਡੇ ਕੋਲ ਕੀ ਹੈ, ਯਾਨੀ y ਅਤੇ x ਦੀ ਵੈਲਿਊ ਹੈ ਜੋ ਇਸ ਲਿਮਿਟ ਦਾ ਸਰਕੂਲਰ ਪਾਰਟ ਹੈ, ਅਤੇ ਫਿਰ ਇੱਥੇ ਇਸ z ਦੀ ਦਿਸ਼ਾ ਵਿੱਚ ਅਸੀਂ 0 ਤੋਂ ਸਫੀਅਰ ਵੱਲ 0 ਤੋਂ ਗੋਲਾ ਸਫੀਅਰ ਵੱਲ ਜਾ ਰਹੇ ਹਾਂ। ਇਸ ਲਈ ਹੁਣ ਦੁਬਾਰਾ ਇੱਕ ਸਫੇਰਿਕਲ ਕੋਆਰਡੀਨੇਟ ਨੂੰ ਕੰਸੀਡਰ ਕਰਨਾ ਨੈਚੁਰਲ ਹੈ, ਜੋ ਇਸ ਨੂੰ ਕਨਵਰਟ ਕਰ ਦੇਵੇਗਾ। ਇਸ ਲਈ x ਇਕੁਅਲ ਬਰਾਬਰ ਹੈ r cos ਥੀਟਾ, y ਇਕੁਅਲ r sin ਥੀਟਾ, ਅਤੇ z ਇਕੁਅਲ ਬਰਾਬਰ ਹੈ r cos ਥੀਟਾ, ਜੇ ਇਸ r ਸਕੁਏਅਰ sin ਥੀਟਾ ਹੋਵੇਗਾ। ਅਤੇ ਦੁਬਾਰਾ ਇਹ ਰਿਲੇਸ਼ਨ, ਇਸ ਲਈ ਹੁਣ ਇਹ ਇੰਟੈਗਰਲ ਇਸ ਇੰਟੀਗਰਲ ਵਿੱਚ ਬਦਲ ਜਾਵੇਗਾ, ਤਾਂ ਸਾਡੇ ਕੋਲ ਇਹ ਜੈਕੋਬੀਅਨ ਟਰਮ ਹੈ। ਸਾਡੇ ਕੋਲ 1 ਓਵਰ ਸਕੁਏਅਰ ਰੂਟ 1 r ਸਕੁਏਅਰ, ਅਤੇ ਫਿਰ ਦੀ r ਦੀ ਫਾਈ d ਥੀਟਾ ਹੈ। ਇਸ ਲਈ ਹੁਣ ਇਸ r ਲਈ ਲਿਮਿਟਸ ਹਮੇਸ਼ਾ ਇਸ 0 ਤੋਂ ਸਫੀਅਰ ਤੱਕ ਹੁੰਦੀ ਹੈ। ਇਸ ਲਈ ਓਰਿਜਿਨ ਤੋਂ ਉਸ ਸਫੀਅਰ ਦਾ ਡਿਸਟੈਂਸ ਕੋਨਸਟੈਂਟ ਹੈ, ਜੋ ਕਿ ਇਸ ਸਫੀਅਰ ਦਾ ਰੇਡੀਅਸ ਹੈ। ਕਿਉਂਕਿ ਸਫੀਅਰ ਦਾ ਸੈਂਟਰ 0 ਹੈ ਅਤੇ ਰੇਡੀਅਸ 1 ਹੈ, ਤਾਂ ਜੋ ਰੇਡੀਅਸ 1 ਹੋਵੇ ਤਾਂ r 0 ਤੋਂ ਉਸ ਸਫੀਅਰ ਲਈ 1 ਤੱਕ ਜਾਂਦਾ ਹੈ। ਅਤੇ ਫਿਰ ਸਾਨੂੰ ਇਸ ਐਂਗਲ ਫਾਈ ਬਾਰੇ ਦੇਖਣਾ ਹੋਵੇਗਾ ਜੋ ਪਹਿਲਾ ਐਂਗਲ ਫਾਈ ਹੈ, ਤਾਂ ਜੋ ਇਸ x ਐਕਸਿਸ ਤੋਂ 0 ਤੋਂ ਪਾਈ ਬਾਏ 2 ਤੱਕ ਹੈ, ਕਿਉਂਕਿ 0 ਤੋਂ ਸਕੁਏਅਰ ਰੂਟ 1 x ਸਕੁਏਅਰ ਤੱਕ ਹੈ। ਇਸ ਲਈ ਇਹ xy ਪਲੇਨ ਵਿੱਚ ਹੈ, ਅਤੇ ਫਿਰ ਸਾਡੇ ਕੋਲ ਥੀਟਾ ਦੀਆਂ ਲਿਮਿਟਸ ਹਨ।
ਇਸ ਲਈ ਦੁਬਾਰਾ ਇਸ ਸਫੀਅਰ ਨੂੰ ਇਸ ਪੋਜ਼ਿਟਿਵ ਇਸ ਓਕਟੈਂਟ ਵਿੱਚ ਕਵਰ ਕਰਨ ਲਈ ਸਾਨੂੰ 0 ਤੋਂ ਪਾਈ ਬਾਏ 2 ਤੱਕ ਜਾਣਾ ਪਵੇਗਾ। ਇਸ ਲਈ ਇਸ ਲਿਮਿਟਸ ਦੇ ਨਾਲ ਅਸੀਂ ਇਹਨਾਂ ਸਾਰੇ ਪੂਰੇ ਦਿੱਤੇ ਸਫੇਰਿਕਲ ਪਾਰਟ ਨੂੰ ਕਵਰ ਕੀਤਾ ਹੈ, ਅਤੇ ਹੁਣ ਅਸੀਂ ਆਸਾਨੀ ਨਾਲ ਇੰਟੀਗ੍ਰੇਟ ਕਰ ਸਕਦੇ ਹਾਂ ਕਿਉਂਕਿ r ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਸਾਡੇ ਕੋਲ ਇੱਥੇ r ਸਕੁਏਅਰ ਓਵਰ ਉੱਤੇ 1 ਮਾਈਨਸ r ਸਕੁਏਅਰ ਹੈ। ਇਸ ਲਈ ਪਹਿਲਾਂ ਅਸੀਂ ਅੰਦਰੂਨੀ ਇੰਟੀਗਰਲ r ਸਕੁਏਅਰ ਬਟਾ ਸਕੁਏਅਰ ਰੂਟ 1 ਮਾਈਨਸ r ਸਕੁਏਅਰ ਨਾਲ ਇੰਟੀਗਰਲ ਦਾ ਮੁਲਾਂਕਣ ਕਰ ਰਹੇ ਹਾਂ। ਇਸ ਲਈ ਇੱਥੇ ਸਬਸਟੀਟਿਊਸ਼ਨ ਇਹ r sin t ਦੇ ਇਕੁਅਲ ਬਰਾਬਰ ਹੈ। ਅਸੀਂ ਆਸਾਨੀ ਨਾਲ ਇਸ sin ਸਕੁਏਅਰ t ਨੂੰ ਪ੍ਰਾਪਤ ਕਰ ਸਕਦੇ ਹਾਂ ਜੋ ਇਸ ਨੂੰ 1 ਮਾਈਨਸ cos 2t ਵਿੱਚ ਕਨਵਰਟ ਦੇਵੇਗਾ, ਜਿਸ ਨੂੰ ਅਸੀਂ ਹੁਣ ਇਸ ਨੂੰ ਇੰਟੀਗ੍ਰੇਟ ਸਕਦੇ ਹਾਂ ਅਤੇ ਵੈਲਿਊ ਪਾਈ ਬਾਏ 4 ਹੋਵੇਗਾ। ਇਸ ਲਈ ਇਸ ਅੰਦਰੂਨੀ ਇੰਟੀਗਰਲ ਦਾ ਵੈਲਿਊ ਪਾਈ ਬਾਏ 4 ਹੈ ਅਤੇ ਫਿਰ ਸਾਡੇ ਕੋਲ sin ਥੀਟਾ d ਫਾਈ d ਥੀਟਾ ਹੈ। ਤਾਂ ਦੁਬਾਰਾ ਇਹ d ਫਾਈ ਸਾਨੂੰ ਸਿਰਫ ਪਾਈ ਬਾਏ 2 ਦੇਵੇਗਾ ਅਤੇ ਫਿਰ ਬਾਹਰੀ sin ਥੀਟਾ ਮਾਈਨਸ sin ਦੇ ਨਾਲ cos ਥੀਟਾ ਹੋਵੇਗਾ ਅਤੇ 0 ਤੋਂ ਪਾਈ ਬਾਏ 2 ਤੱਕ ਹੋਵੇਗਾ। ਇਸ ਲਈ ਅਸੀਂ ਇਸ ਇੰਟੀਗਰਲ ਦੀ ਵੈਲਿਊ ਪਾਈ ਸਕੁਏਅਰ ਬਾਏ 8 ਪ੍ਰਾਪਤ ਕਰਾਂਗੇ। ਇਸ ਲਈ ਅਸੀਂ ਹੁਣ ਘੱਟੋ ਘੱਟ 2 ਸਪੈਸ਼ਲ ਕੇਸਾਂ ਨੂੰ ਦੇਖਿਆ ਹੈ, ਜਿੱਥੇ ਅਸੀਂ ਇਸ ਸਫੇਰਿਕਲ ਕੋਆਰਡੀਨੇਟ ਅਤੇ ਇਸ ਟ੍ਰਿਪਲ ਇੰਟੀਗਰਲ ਵਿੱਚ ਸਿਲੰਡਰਲ ਕੋਆਰਡੀਨੇਟ ਨੂੰ ਵੀ ਵਿਚਾਰਿਆ ਹੈ। ਸੰਕਲਪ ਵੇਰੀਏਬਲਸ ਦੀ ਇਹ ਤਬਦੀਲੀ ਸੀ ਜਿੱਥੇ ਜੈਕੋਬੀਅਨ ਨੂੰ ਸਾਨੂੰ ਕਨਵਰਟ ਕਰਨ ਦੀ ਲੋੜ ਹੈ ਅਤੇ ਇਸ ਟ੍ਰਿਪਲ ਇੰਟੀਗਰਲ ਵਿੱਚ ਦੁਬਾਰਾ ਸਭ ਤੋਂ ਮੁਸ਼ਕਲ ਪਾਰਟ ਹੈ ਸਫੇਰਿਕਲ ਵਿੱਚ ਦਿੱਤੇ ਗਏ ਸਪੇਸ ਦੇ ਅਨੁਸਾਰੀ ਲਿਮਿਟਸ ਨੂੰ ਲੱਭਣਾ ਹੈ। ਸਾਨੂੰ ਸਫੇਰਿਕਲ ਕੋਆਰਡੀਨੇਟ ਵਿੱਚ ਕੋਆਰਡੀਨੇਟਸ ਨੂੰ ਦਰਸਾਉਣਾ ਹੈ ਜਾਂ ਸਿਲਿੰਡਰਿਕਲ ਕੋਆਰਡੀਨੇਟਸ ਵਿੱਚ ਜਦੋਂ ਅਸੀਂ ਬਦਲ ਰਹੇ ਹਾਂ। ਪਰ ਮੁਲਾਂਕਣ ਬਹੁਤ ਸੌਖਾ ਹੋ ਜਾਂਦਾ ਹੈ ਜੇਕਰ ਸਾਡੇ ਕੋਲ ਵੇਰੀਏਬਲਸ ਵਿੱਚ ਢੁਕਵੀਂ ਤਬਦੀਲੀ ਹੁੰਦੀ ਹੈ। ਇਹ ਉਹ ਰੈਫਰੈਂਸ ਹਨ ਜਿਸ ਦੀ ਅਸੀਂ ਵਰਤੋਂ ਕੀਤੀ ਹੈ। ਧੰਨਵਾਦ।